ओंकार सतनाम करता पुरख निर्भव निर्वैर अकाल मूरत अजूनी सैभु गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह नगर करम महाराज। वाहिगुरु जी, वाहिगुरु। धन गुरु ग्रंथ साहब जी साहिब पातशाह जी किरपा करन, शब्द दी विचार अपनी नजर करन साहिब। आप सब नू वाहिगुरु जी का खालसा, वाहिगुरु जी की फतेह। जपजी साहब दी शब्द दी विचार चलदी है। असी अज जिहड़ी पौड़ी करनी है, परसों शायद असी अमृत की गल थोड़ी कीती सी, तां अज थापिया ना जाए पौड़ी जिहड़ी है उसदे विचार। गुरु दी किरपा होए, महाराज किरपा करन तां थापिया ना जाए, कीता ना होए आपे आप निरंजन सोए। जिन सेविया तिन पाया मान, नानक गाविए गुणी निधान। गाविए सुनिए मन रखिए पाओ, दुख पर हर सुख कर ले जाए। गुरमुख नादम गुरमुख वेदम, गुरमुख रहा समाई। गुर ईसर गुर गोरख बर्मा, गुर पार्वती माई। जय हो जाना आखा नहीं, कहना कथन न जाई। गुरा एक दे बुझाई, सबना जिया का एक दाता। सो मैं बिसर ना जाई। अगर गुरु है, रब है, सृष्टि का मालिक कोई है और उसकी स्थापना मैं करदा हां, तां फिर उसका कंट्रोल मेरे को है। अगर मैं उसकी स्थापना भी मैं ही करनी है तो फिर उसका कार्य की है वो भी मेरे को ही है। दरअसल चिरा तो इंसान नूं यह खोज है कि इत्थे मालिक कौन है। जदों इंसान किसी शक्ति का सामना करता है ਜਿਹੜੀ उसनूं समझ नहीं आती या जिस तो भै खांदा होए या ਜਿਹੜੀ उसनूं कंट्रोल करती होए, उसके कंट्रोल तो परे होए, या फिर कोई ऐसी शक्ति ਜਿਹੜੀ ਉਹਦੇ ਜੀਵਨ ਵਿੱਚ ਪੂਰਾ ਚੇਂਜ ਲਿਆ ਸਕਦੀ ਹੋਏ और ਉਹਨੂੰ ਰੋਕ ਨਾ ਸਕੇ। ਤਾਂ ਇਹੋ ਜਿਹੀ ਅਵਸਥਾ ਵਾਲੀ ਸ਼ਕਤੀਆਂ ਨੂੰ ਇਨਸਾਨ ਰੱਬ ਦਾ ਦਰਜਾ ਦੇਣ 'ਚ ਦੇਰ ਨਹੀਂ ਲਗਾਉਂਦਾ ਹੈ। ਪੂਜਦਾ ਉਸੇ ਨੂੰ ਹੈ ਜਿਸ ਤੋਂ ਡਰਦਾ ਹੈ, ਪੂਜਦਾ ਉਸੇ ਨੂੰ ਹੈ ਜਿਸ ਜਿਹੜਾ ਉਸ ਤੋਂ ਕੁਛ ਲੈ ਸਕਦਾ ਹੈ। ਸ਼ੁਰੂ 'ਚ ਇਹੀ ਸ਼ਕਤੀਆਂ ਅਲੱਗ-ਅਲੱਗ ਰੂਪ ਵਿੱਚ ਇਨਸਾਨ ਦੇ ਸਾਹਮਣੇ ਆਈਆਂ ਤਾਂ ਉਹਦੀ ਮੂਰਤੀਆਂ ਕਰ ਦਿੱਤੀਆਂ ਗਈਆਂ ਤਾਂ ਕਿ ਉਹ ਦੇਖਣ ਵਿੱਚ ਸਾਹਮਣੇ ਹੋਏ, ਉਹਦੇ ਅੱਗੇ ਪ੍ਰਾਰਥਨਾ ਕਰੇ, ਝੁਕ ਸਕੇ, ਜੋਤੜੀ ਕਰ ਸਕੇ। ਵੈਸਟ ਵਿੱਚ ਕ੍ਰਿਸਚੀਅਨਿਟੀ ਤੋਂ ਪਹਿਲਾਂ ਪੇਗਨ ਕਲਚਰ ਸੀਗਾ। ਪੇਗਨ ਇੱਕ ਨਾਂ ਦਿੱਤਾ ਗਿਆ ਇਹ ਕਹਿਣ ਲਈ ਕਿ ਇਹ ਉਹ ਕਲਚਰ ਹੈ ਜਿਹੜਾ ਠੀਕ ਨਹੀਂ ਹੈ, ਸਹੀ ਗਲਤ ਦਿਸ਼ਾ ਵਿੱਚ ਜਾਂਦਾ ਹੈ। ਉਸ ਪੇਗਨ ਕਲਚਰ ਵਿੱਚ ਮੂਰਤੀਆਂ ਘੜੀਆਂ ਗਈਆਂ ਹਨ। ਇਸੇ ਤਰ੍ਹਾਂ ਹੋਰ ਵੀ ਜਗ੍ਹਾ ਦੁਨੀਆ ਵਿੱਚ ਮੂਰਤੀਆਂ ਘੜੀਆਂ ਗਈਆਂ, ਹੋਰ ਤਰ੍ਹਾਂ ਦੀ ਭਾਵਨਾ ਖੜੀਆਂ ਹੋਈਆਂ। ਇਨਸਾਨ ਇਹੀ ਲੱਭਦਾ ਕਿ ਮਾਲਕ ਕੌਣ ਹੈ ਇੱਥੇ ਦਾ। ਜੋ ਵੀ ਮਾਲਕ ਹੋਏ, ਅਗਰ ਉਸਦਾ ਕੰਟਰੋਲ ਮੇਰੇ ਕੋਲ ਹੈ ਤਾਂ ਉਹ ਮਾਲਕ ਨਹੀਂ, ਮੈਂ ਮਾਲਕ ਹਾਂ। ਫਿਰ
ਔਰ ਇਸ ਤੋਂ ਵੱਡੀ ਕਿਹੜੀ ਈਗੋ ਹੋ ਸਕਦੀ ਹੈ ਕਿ ਜਦੋਂ ਇਨਸਾਨ ਇਹ ਆਪਣੇ ਆਪ ਨੂੰ ਸਿੱਧ ਕਰ ਲਏ ਕਿ ਮੈਂ ਹੀ ਥਾਪਣ ਵਾਲਾ ਹਾਂ ਦੁਨੀਆ ਵਿੱਚ, ਦੁਨੀਆ ਦੇ ਮਾਲਕ ਨੂੰ। ਇਹ ਉਹੀ ਸੋਚ ਹੈ ਜਿਹੜੀ ਅਸੀਂ ਉਸ ਦਿਨ ਵਿਚਾਰੀ ਸੀ ਕਿ ਇਸ ਸਾਰੀ ਦੁਨੀਆ ਦਾ ਮਾਲਕ ਜਿਹੜਾ ਹੈ, ਸੈਂਟਰ ਜਿਹੜਾ ਹੈ, ਉਹ ਇਨਸਾਨ ਹੀ ਹੈ। ਐਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ, ਐਸੇ ਸੋਚ ਨੂੰ ਅੱਗੇ ਲਿਜਾਂਦੇ ਹੋਏ ਇਨਸਾਨ ਥਾਪਣਾ ਵੀ ਕਰ ਸਕਦਾ ਹੈ। ਤਾਂ ਜਦੋਂ ਮੈਂ ਥਾਪਦਾ ਹਾਂ ਤਾਂ ਸੈਂਟਰ ਮੈਂ ਹੀ ਹਾਂ, ਕੰਟਰੋਲ ਮੇਰੇ ਕੋਲ ਹੀ ਹੈ, ਮੈਂ ਹੀ ਅਸਲ ਮਾਲਕ ਹਾਂ। ਇਸ ਈਗੋ ਤੋਂ ਪਰੇ ਜਾਣਾ ਇਨਸਾਨ ਲਈ ਬਹੁਤ ਮੁਸ਼ਕਿਲ ਹੈ, ਕਿਉਂਕਿ ਜਦ ਹਉਮੈ ਬੁਨਿਆਦ ਹੈ ਮੇਰੇ ਜੀਵਨ ਦੀ, ਤਾਂ ਹਉਮੈ ਦੇ ਟੁੱਟਣ ਨਾਲ ਮੇਰਾ ਜੀਵਨ ਮੁੱਕ ਜਾਂਦਾ ਹੈ। ਇਸ ਕਰਕੇ ਸਰਵਾਈਵਲ ਮੋਡ ਮੈਨੂੰ ਇਹੀ ਸਿਖਾਉਂਦਾ ਹੈ ਕਿ ਮੈਂ ਈਗੋ ਨੂੰ ਸੰਭਾਲਦਾ ਚੱਲਾਂ, ਹੰਕਾਰ ਦੀ ਦੀਵਾਰ ਨੂੰ ਖੜਾ ਕਰਦਾ ਜਾਵਾਂ। ਉਸ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਹੈ, ਕਿਉਂਕਿ ਮੈਂ ਹੋਰ ਕੋਈ ਅਵਸਥਾ ਜਾਣਦਾ ਨਹੀਂ ਹਰਮਨ ਦੀ। ਮੈਂ ਤੋਂ ਪਰੇ ਦੀ ਅਵਸਥਾ ਮੇਰੇ ਦੇ ਗਿਆਨ ਵਿੱਚ ਨਹੀਂ ਹੈ, ਨਾ ਮੇਰੇ ਧਿਆਨ ਵਿੱਚ ਹੈ ਕਿ ਮੈਂ ਤੋਂ ਪਰੇ ਦੀ ਕੋਈ ਅਵਸਥਾ ਹੈ। ਸਗੋਂ ਮੈਂ ਤੋਂ ਪਰੇ ਦੀ ਅਵਸਥਾ ਮੈਨੂੰ ਮੌਤ ਦਿਖਦੀ ਹੈ। ਮੈਂ ਤੋਂ ਪਰੇ ਦੀ ਕੋਈ ਅਵਸਥਾ ਅਗਰ ਮਨ ਵਿੱਚ ਮੇਰੇ ਆ ਜਾਏ ਤਾਂ ਮੈਨੂੰ ਤਿਆਰੀ ਨਾ ਹੋਏ ਤਾਂ ਮੈਂ ਡਰ ਜਾਵਾਂਗਾ ਔਰ ਉਹਨੂੰ ਮੌਤ ਸਮਝਾਂਗਾ। ਮੇਰਾ ਕੰਫਰਟ ਜ਼ੋਨ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਨੂੰ ਪ੍ਰਗਟ ਕਰਦੇ ਹੈ ਸਾਨੂੰ। ਇਹ ਨਿਰੰਕਾਰ ਦਾ ਸ਼ਬਦ ਮਹਾਰਾਜ ਨੂੰ ਰਿਵੀਲ ਹੋਇਆ ਹੈ ਔਰ ਉਸ ਦੇ ਨਾਲ ਸਾਹਿਬ ਨੂੰ ਜੋ ਗਿਆਨ ਹੈ ਉਹ ਮਹਾਰਾਜ ਸਾਡੇ ਨਾਲ ਵੰਡਦੇ ਹੈ। ਭਾਵੇਂ ਨਾਲ ਨਾਲ ਸਾਨੂੰ ਇਹ ਵੀ ਕਹਿੰਦੇ ਜਾਂਦੇ ਹਨ ਕਿ ਇਹ ਗੱਲ ਕਹਿਣ ਵਾਲੀ ਨਹੀਂ ਹੈ, ਇਹ ਗੱਲ ਸਮਝ ਕਹਿਣ ਔਰ ਸੁਣਨ ਨਾਲ ਸਮਝ ਪੂਰੀ ਤਰ੍ਹਾਂ ਨਹੀਂ ਆ ਸਕੇਗੀ। ਹਉਮੈ ਦੀ ਪੌੜੀ ਵਿੱਚ ਵੀ ਸਾਨੂੰ ਸਾਹਿਬ ਨੇ ਕਿਹਾ ਹੈ ਕਿ ਹੁਕਮ ਕਿਹਾ ਨਹੀਂ ਜਾ ਸਕਦਾ। ਜਿਹੜਾ ਹੁਕਮ ਕਹਿ ਸਕੇਗਾ ਉਹ ਨਿਰੰਕਾਰ ਆਪ ਹੀ ਹੋਏਗਾ। ਪਰ ਉਹਦੀ ਕੁਝ ਕੁਆਲਿਟੀ ਸਮਝਣ ਵਾਸਤੇ, ਤਾਂ ਕਿ ਅਸੀਂ ਅਧਿਆਤਮ ਵਿੱਚ ਨਾ ਵੀ ਅਗਰ ਉਤਰੀਏ, ਇੱਕੋ ਫਿਜ਼ੀਕਲ ਪਲੇਨ ਵਿੱਚ ਵੀ ਉਹਦੀ ਕੁਆਲਿਟੀ ਸਮਝ ਲਈਏ ਤਾਂ ਉਹਦੇ ਨਾਲ ਕੁਝ ਫਰਕ ਜੀਵਨ ਦੇ ਵਿੱਚ ਪਏਗਾ। ਮੇਰਾ ਕੀ ਭਾਵ ਹੈ? ਮੇਰਾ ਭਾਵ ਇਹ ਹੈ ਕਿ ਸਪਿਰਿਚੁਅਲਿਟੀ, ਐਸੋਟਰਿਜ਼ਮ, ਅੰਤਰ ਘਰ, ਅੰਤਰ ਆਤਮਾ, ਇਹਨਾਂ ਦੀ ਗਿਆਨ ਦੀ ਅਵਸਥਾ ਅਗਰ ਨਾ ਵੀ ਅਸੀਂ ਉਸ ਪਾਸੇ ਜਾਈਏ, ਇਹ ਸਮਝ ਲੈਣਾ ਕਿ ਰੱਬ ਦੀ ਕੁਆਲਿਟੀਜ਼ ਕੀ ਨੇ। ਬਰਾਬਰੀ ਉਹਦੀ ਕੁਆਲਿਟੀ ਹੈ, ਉਹ ਸਭ ਨੂੰ ਇੱਕ ਤਰ੍ਹਾਂ ਦੇਖਦਾ ਹੈ ਔਰ ਰੱਬ ਜਿਹੜਾ ਹੈ ਉਹ ਇਨਸਾਨ ਦੀ ਅਨ ਬਾਰੇ ਜਾਣਨ ਲਈ, ਰੱਬ ਜਿਹੜਾ ਹੈ ਉਹਦੀ ਕੀ ਕੁਆਲਿਟੀਜ਼ ਨੇ ਅਗਰ ਮੈਂ ਫਿਜ਼ੀਕਲ ਪਲੇਨ ਤੇ ਵੀ, ਮੈਂਟਲ ਪਲੇਨ ਤੇ ਵੀ ਜਾਣ ਲਵਾਂ ਤਾਂ ਉਹਦੇ ਨਾਲ ਮੈਨੂੰ ਕੁਝ ਗਿਆਨ ਹੁੰਦਾ ਹੈ ਕਿ ਰੱਬ ਦਾ ਹੁਕਮ ਹੈ, ਉਹ ਮਾਲਕ ਹੈ, ਕਰਨ ਵਾਲਾ ਕਰਤਾ ਉਹ ਹੈ। ਗਿਆਨ ਦੇ ਕੁਝ ਪੱਖ ਇਹੋ ਜਿਹੇ ਨੇ ਕਿ ਜਿਹੜੇ, ਇੱਕ ਤਾਂ ਗਿਆਨ ਵਿਚਾਰ ਵਾਲਾ ਗਿਆਨ ਹੈ ਜਿਹੜਾ ਅਸੀਂ ਰੋਜ਼ਮर्रा ਦੇ ਜੀਵਨ ਵਿੱਚ ਜੀਂਦੇ ਹਾਂ। ਇੱਕ ਸਾਰੀ ਸ੍ਰਿਸ਼ਟੀ ਦਾ ਗਿਆਨ ਹੈ ਜਿਹੜਾ ਅੰਤਰਾਤਮਾ ਦੇ ਗਿਆਨ ਤੋਂ ਮਿਲਦਾ ਹੈ। ਇਹਨਾਂ ਦੋਨਾਂ ਵਿੱਚ ਕੁਝ ਰਿਲੇਸ਼ਨ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਹ ਆਪਣੇ ਆਪ ਵਿੱਚ ਹੋਂਦ ਵਿੱਚ ਨਹੀਂ ਰਹਿੰਦੇ। ਮੈਨੂੰ ਦੁਨਿਆਵੀ ਪੱਧਰ ਤੇ ਗਿਆਨ ਹੈ, ਇਹ ਅਧਿਆਤਮ ਦਾ ਗਿਆਨ ਨਹੀਂ ਦਰਸਾਉਂਦਾ। ਮੈਨੂੰ ਅਧਿਆਤਮ ਦਾ ਗਿਆਨ ਅਗਰ ਕਿਸੇ ਨੂੰ ਹੋਏ ਤਾਂ ਉਹ ਦੁਨਿਆਵੀ ਪੱਧਰ ਦੇ ਗਿਆਨ ਬਾਰੇ ਪੂਰੀ ਦ੍ਰਿਸ਼ਟੀ ਨਹੀਂ ਖੋਲਦਾ। ਜ਼ਰੂਰੀ ਨਹੀਂ ਹੁੰਦਾ ਕਿ ਉਹ ਜਿਸ ਨੂੰ ਅਧਿਆਤਮ ਦਾ ਗਿਆਨ ਹੈ
ਉਹ ਦੁਨੀਆ ਬਾਰੇ ਵੀ ਬਹੁਤ ਕੁਝ ਜਾਣਦਾ ਹੋਏ। ਇਸ ਸ਼ਬਦ ਦੀ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਇਹ ਜ਼ਰੂਰ ਸਮਝਾਇਆ ਹੈ ਕਿ ਜੋ ਥਾਪਨਾ ਕਰਨ ਵਾਲਾ ਹੈ ਉਹ ਆਪ ਨਿਰੰਕਾਰ ਹੈ। ਉਹ ਆਪਣੇ ਆਪ ਨੂੰ ਆਪ ਸਥਾਪਿਤ ਕਰਦਾ ਹੈ। ਉਹਦਾ ਕੰਟਰੋਲ ਕਿਸੇ ਇਨਸਾਨ ਦੇ ਉੱਤੇ ਨਹੀਂ ਹੈ। ਇਨਸਾਨ ਇੱਥੇ ਸ੍ਰਿਸ਼ਟੀ ਦਾ ਸੈਂਟਰ ਨਹੀਂ ਹੈ, ਨਿਰੰਕਾਰ ਆਪ ਹੀ ਹੈ। ਸਾਨੂੰ ਇਹ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਵੀ ਸਮਝਾਇਆ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਦੋਈ ਕੁਦਰਤ ਸਾਜੀਏ, ਕਰ ਆਸਨ ਡਿਠੋ ਚਾਓ। दाता करता आप तुस देवे करे बसाओ। तू जानो ही सबसे, दे लैसे जिंद कवाओ। कर आसन डिठो चाओ। महाराज सानू इत्थे भी वही दसदे ने कि आप ही ने आप साजिए, आप ही ने रचियो नाम। पहले अपने आप स्थापित होके फिर नाम रचिया है। और नाम रचन का मतलब जिवें कोई फाउंडेशन बनाता है किसी उसारी करन तो पहला, नाम इवें जापदा है कि सारी दुनिया सारी सृष्टि की बुनियाद है। इवें बाणी विच भी सानू महाराज समझा रहे हैं कि बिना नाम दे कोई थां नहीं है दुनिया च। तां निरंकार ने जदों अपने आप की स्थापना की है तां पहले नाम फिर रचिया है, दूसरा कुदरत बनाया है। तां एक तो दो जिहड़े ने वो कुदरत करके होए हन। द्वैत जिहड़ा है वो कुदरत विच है, जिहदे च असीं विचरदे हां। साडी सोच भी द्वैत विच ही विचरदी है। नाम और निरंकार इको चीज ने। नाम नूं असीं जान लिया, नाम की कमाई कर ली, नाम नूं दृढ़ा लिया तां रस्ता खुल गया। जिवें एक ब्रिज मिल गया, नदी दे पार जाण दा एक रस्ता मिल गया, एक स्थिर अवस्था मिल गई, एक सल्यूशन मिल गया, एक आंसर मिल गया जीवन बारे। तां यही गल इस पौड़ी विच भी महाराज सानू दसदे ने, थापिया ना जाए, कीता ना होए। जीवन विच बहुत दफा मेरे करन करके ही सल्यूशन आते हैं। मैं कुछ करता वां तां अपने जीवन की रोजमर्रा की औकड़ां तो पार जांदा हां। घर की बत्ती चली जाएगी तां ओहदा स्विच ठीक करना होए तां मैनूं करना है या किसी तो कराना है। मेरा इम्तिहान आने लगा है, मैनूं पढ़ाई करके इम्तिहान देना है। मेहनत करके इंसान अपने रोजमर्रा की मुसीबतां नूं और जीवन के इस महातलोक दे विच विचरदे होए करदा जांदा है। करन करके जदों करके मैनूं सल्यूशन लभदे हन ते मेरी फिर यही आदत होंदी है कि करदा जावां तां ही सल्यूशन मिलणगे। वैस्टर्नर्स नूं इन्हां अवस्थावां नूं दो तरह का विचारिया है, डूइंग एंड बीइंग। करना और ना करना उन्होंने बीइंग कह दिता। बीइंग होना, केवल होना, करना नहीं। इस पौड़ी च महाराज ने यह भी कहा है कि मेरे किसी करन नाल या किसी होर दे करन नाल निरंकार की स्थापना का कोई लिंक नहीं है, उसकी होंद का कोई लिंक नहीं है। वह अपने आप च परिपूर्ण है। अजूनी सैभम दी एक नवी विचार है। दिड़ा रहे महाराज फिर एक बार अपने आप निरंजन सोए। वो निरंजन अपने आप है, किसी दे करके नहीं है। ऐसे करके निर्लेप है, ऐसे करके मालक है। अगर मेरे कारण करके होएगा या फिर मेरे स्थापना करके होएगा तो मैं मालक होऊंगा। एक तरह है मूर्ति पूजा दे उल्ट जा रही है गल कि मूर्ति विच नहीं है निरंकार।
ਮੂਰਤੀ ਨੂੰ ਸਥਾਪਿਤ ਇਨਸਾਨ ਕਰਦਾ ਹੈ, ਤਾਂ ਜਿਸ ਮੂਰਤੀ ਨੂੰ ਸਥਾਪਿਤ ਕਰਦਾ ਹੈ ਉਹਦੇ ਵਿੱਚ ਨਿਰੰਕਾਰ ਦੀ ਪੂਜਨਾ ਜਿਹੜੀ ਹੈ ਉਹ ਗੁਰਮਤ ਨਹੀਂ ਮੰਨਦੀ। ਇਸ ਗੱਲ ਨੂੰ ਸਾਹਿਬ ਨੇ ਇਹੀ ਦੱਸਿਆ ਸਾਨੂੰ ਕਿ ਉਹ ਮੇਰੀ ਸਥਾਪਨਾ ਕਰਕੇ ਨਹੀਂ ਹੋਏਗਾ, ਉਹ ਮੇਰੇ ਕਰਕੇ, ਮੇਰੇ ਕਾਰਨ ਕਰਕੇ, ਕਿਸੇ ਵੀ ਕਾਰਨ ਕਰਕੇ ਨਹੀਂ ਹੋਏਗਾ। ਉਹ ਤਾਂ ਇਸ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ, ਬਣਾਉਣ ਵਾਲਾ ਹੈ, ਕਰਤਾ ਹੈ। ਇਹ ਕਿਰਤਮ ਸਾਰੀ ਉਹਦੀ ਬਣਾਈ ਹੈ, ਇਹਦੇ ਵਿੱਚ ਉਹਦਾ ਰਿਫਲੈਕਸ਼ਨ ਹੈ, ਪਰ ਕਰਨ ਵਾਲਾ ਉਹੀ ਹੈ, ਕਰਤਾ ਉਹੀ ਹੈ। ਮਹਾਰਾਜ ਕਹਿੰਦੇ ਨੇ ਇਸ ਕਰਕੇ ਇਹ ਉਹਦੀ ਕੁਆਲਿਟੀ ਜਾਣ ਲੈਣਾ ਜ਼ਰੂਰੀ ਹੈ ਕਿ ਉਹ ਆਪਣੇ ਆਪ ਹੈ, ਆਪਣੇ ਆਪ ਹੋਣ ਕਰਕੇ ਉਹ ਆਜ਼ਾਦ ਵੀ ਹੈ, ਕਿਸੇ ਤੇ ਡਿਪੈਂਡੈਂਟ ਨਹੀਂ ਹੈ, ਕਿਸੇ ਹੋਰ ਕਾਰਨ ਕਰਕੇ ਉਹ ਨਹੀਂ ਹੈ। ਇਹ ਜਿਹੜੀ ਬੋਡੀ ਦੀ ਗੱਲ ਸਾਹਿਬ ਕਰ ਰਹੇ ਨੇ, ਦਰਅਸਲ ਜਪਜੀ ਸਾਹਿਬ ਕਾਫੀ ਹੱਦ ਤੱਕ ਜੀਵਨ ਦੇ ਤਤ ਗਿਆਨ ਦੀ ਗੱਲ ਕਰਦੇ ਚੱਲਦਾ ਹੈ। ਵੈਸੇ ਤਾਂ ਬਾਣੀ ਸਾਰੀ ਤਤ ਗਿਆਨ ਦੀ ਹੈ, ਪਰ ਇਹ ਨਾਲ ਅਸੀਂ ਵਿਚਾਰਨਾ ਹੈ ਕਿ ਇਹਦੇ ਮੇਰਾ ਰੋਲ ਕੀ ਬਣਦਾ ਹੈ। ਬੋਡੀ ਮੈਨੂੰ ਮੇਰੇ ਬਾਰੇ ਕੀ ਦੱਸ ਰਹੀ ਹੈ ਕਿ ਮੇਰਾ ਜੀਵਨ ਨੂੰ ਜਾਣਨ ਵਿੱਚ ਮੇਰਾ ਕੀ ਐਟੀਟਿਊਡ ਹੋਣਾ ਚਾਹੀਦਾ, ਮੇਰੀ ਕੀ ਅਪਰੋਚ ਹੋਣੀ ਚਾਹੀਦੀ ਹੈ। ਮਹਾਰਾਜ ਨੇ ਇਹ ਤੇ ਸਾਨੂੰ ਸਮਝਾਇਆ ਹੈ ਕਿ ਨਿਰੰਕਾਰ ਆਜ਼ਾਦ ਹੈ, ਬੁਨਿਆਦੀ ਤੌਰ ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਔਰ ਸਾਡੇ ਤੋਂ, ਸਾਡੇ ਕਾਰਨ ਕਰਕੇ ਉਸ ਦੀ ਹੋਂਦ ਤੇ ਕੋਈ ਅਸਰ ਨਹੀਂ ਹੈ, ਉਹਦੇ ਕਰਕੇ ਸਾਡੀ ਤੇ ਹੈ। ਫਿਰ ਸਾਡਾ ਕੀ ਰਾਹ ਬਣਦਾ ਹੈ, ਮੇਰਾ ਇੱਥੇ ਕੀ ਰੋਲ ਬਣਦਾ ਹੈ। ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। ਮਹਾਰਾਜ ਕਹਿੰਦੇ ਨੇ ਸੇਵਾ ਜੋ ਕਰੇਗਾ ਉਹ ਉਸ ਦੇ ਦਰਗਾਹ ਚ ਮਾਣ ਪਾਏਗਾ। ਹੁਣ ਇਹ ਮਾਣ ਦੇ ਅਰਥ ਅਸੀਂ ਸ਼ਾਇਦ ਦੁਨਿਆਵੀ ਪੱਧਰ ਤੇ ਕੁਝ ਹੋਰ ਜਾਣੀਏ। ਜਿਹਦੇ ਕੋਲ ਪੈਸਾ ਹੈ, ਸਕਸੈਸ ਹੈ, ਪਾਵਰ ਹੈ ਦੁਨੀਆ ਵਿੱਚ, ਉਹਨੂੰ ਮਾਣ ਦਿੰਦੀ ਹੈ ਦੁਨੀਆ। ਹੈ ਤਾਂ ਉਹ ਵੀ ਨਿਰੰਕਾਰ ਦੀ ਕਿਰਪਾ ਇੱਕ ਤਰ੍ਹਾਂ ਨਾਲ, ਪਰ ਉਹ ਕਰਮ ਦੇ ਸਾਈਕਲ ਵਿੱਚ ਹੈ, ਉਹ ਕਰਮ ਕਰਕੇ ਹੈ, ਉਹਦੇ ਹੁਕਮ ਵਿੱਚ ਹੈ, ਪਰ ਉਹ ਮੇਰੇ ਕਰਮਾਂ ਕਰਕੇ ਕੀ ਮੈਨੂੰ ਪਦਾਰਥ ਮਿਲਣਗੇ, ਕੀ ਮਾਣ ਮਿਲੇਗਾ, ਅਪਮਾਨ ਮਿਲੇਗਾ, ਇਹ ਕਰਮਾਂ ਦੇ ਸਾਈਕਲ ਦੀ ਕਰਮੀ ਆਵੇ ਕੱਪੜਾ ਨਦਰੀ ਮੁਖਤਵਾਰ। ਗੁਰੂ ਸਾਹਿਬ ਸਾਨੂੰ ਸੇਵਾ ਕਰਨ ਲਈ ਪ੍ਰੇਰ ਰਹੇ ਹਨ। ਇਹ ਹੁਣ ਨਵਾਂ ਸ਼ਬਦ ਆ ਗਿਆ ਇੱਕ ਬਹੁਤ, ਸਾਹਿਬ ਨੇ ਇੱਕ ਸਾਨੂੰ ਨਵੀਂ ਡਾਇਮੈਂਸ਼ਨ ਜਿਵੇਂ ਖੋਲੀ ਹੋਈ, ਜਿਸ ਤਰ੍ਹਾਂ ਅੰਮ੍ਰਿਤ ਦੀ ਗੱਲ ਚਲਾਈ ਸੀ, ਹੁਣ ਸੇਵਾ ਦੀ ਗੱਲ ਆਈ ਹੈ। ਆਪਣੇ ਆਪ ਵਿੱਚ ਸੇਵਾ ਇੱਕ ਚਾਬੀ ਹੈ ਜਿਹਦੇ ਨਾਲ ਦੁਨੀਆ ਦੀ ਉਲਝਣਾਂ ਨੂੰ ਸਮਝਿਆ ਜਾ ਸਕਦਾ ਹੈ। ਆਪਣੇ ਆਪ ਵਿੱਚ ਸੇਵਾ ਇੱਕ ਐਟੀਟਿਊਡ ਹੈ ਜੀਵਨ ਦਾ, ਆਪਣੇ ਆਪ ਵਿੱਚ ਜੀਵਨ ਦਾ ਇੱਕ ਅਪਰੋਚ ਹੈ ਟੂ ਲਾਈਫ। ਜਿਵੇਂ ਇੱਕ ਕੁੰਜੀ ਹੋਏ ਸੋਲੂਸ਼ਨ। ਮਹਾਰਾਜ ਨੇ ਸਾਨੂੰ ਨਵੀਂ ਗੱਲ ਖੋਲੀ ਹੈ, ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਸੇਵਾ ਕਰਨ ਦੀ ਗੱਲ ਚਲਾਈ ਹੈ। ਹੁਣ ਉਹਦੇ ਨਾਲ ਸਾਨੂੰ ਇਹ ਵੀ ਬਾਣੀ ਦੱਸਦੀ ਹੈ ਕਿ ਸੰਤੋਖ, ਸਿਮਰਨ, ਇਹ ਚੀਜ਼ਾਂ ਸੇਵਾ ਨਾਲ ਮੈਨੇ ਰੱਖਦੀਆਂ। ਮਹਾਰਾਜ ਕਹਿੰਦੇ ਨੇ ਅਗਰ ਉਸ ਦੀ ਦਰਗਾਹ ਚ ਮਾਣ ਪਾਣਾ ਹੈ, ਦੁਨਿਆਵੀ ਮਾਣ ਤੋਂ ਥੋੜਾ ਵੱਖਰਾ ਹੈ। ਹੋ ਸਕਦਾ ਕਈ ਵਾਰ ਨਜ਼ਰ ਵੀ ਨਾ ਆਏ ਕਿਸ ਨੂੰ ਉਹਦੀ ਦਰਗਾਹ ਚ ਮਾਣ ਮਿਲਦਾ ਹੈ, ਸਾਨੂੰ ਅੱਖੋਂ ਦੇਖੀ ਨਾ ਨਜ਼ਰ ਆਏ। ਦੁਨਿਆਵੀ ਜਿਹੜੇ ਪਦਾਰਥ ਨੇ ਜਾਂ ਪੈਸਾ ਹੈ ਜਾਂ ਦੁਨਿਆਵੀ ਸਕਸੈਸ ਹੈ, ਉਹ ਤਾਂ ਅੱਖੋਂ ਦੇਖੀ ਨਜ਼ਰ ਆ ਜਾਂਦਾ ਹੈ, ਸਾਨੂੰ ਪਤਾ ਲੱਗ ਜਾਂਦਾ ਹੈ। ਔਰ ਅਸੀਂ ਕਿਉਂਕਿ ਦੁਨਿਆਵੀ ਪੱਧਰ ਨੂੰ ਹੀ ਜੀਵਨ ਜਾਣਦੇ ਹਾਂ, ਬਾਦਫਾ ਅਸੀਂ ਇਹ ਕਹਿੰਦੇ ਹਾਂ ਕਿ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹਦੇ ਤੇ ਕਿਰਪਾ ਜ਼ਿਆਦਾ ਹੈ, ਬੜੀ ਮਹਾਰਾਜ ਦੀ ਨਜ਼ਰ ਹੈ।
ਇਹ ਸ਼ਾਇਦ ਥੋੜਾ ਜਿਹਾ ਭੁਲੇਖਾ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ। ਜ਼ਿਆਦਾ ਪਦਾਰਥ ਹੋਣਾ, ਸ਼ਕਤੀ ਹੋਣਾ, ਪਹਿਲੀ ਗੱਲ ਤੇ ਇਹ ਸੁੱਖਾਂ ਦਾ ਕਾਰਨ ਨਹੀਂ ਹੈ। ਇਹ ਬਲਕਿ ਜਿਤਨਾ ਜ਼ਿਆਦਾ ਮੇਰੇ ਕੋਲ ਹੋਏਗਾ ਉतना जीवन इनफ्लेक्सिबल हो जाएगा। कहने मतलब है कि उतना चेंज तो मैं डरांगा, क्योंकि चेंज का एक मतलब मैनू यह मिल जाता है कि यह हुण जो मेरे को है वो जा सकता है, और जो मेरे को ज्यादा है तो मेरा ज्यादा नुकसान हो सकता है। इस करके डर एक बुनियाद बन जाएगा उस जीवन की जिहदे विच पदार्थ ज्यादा है। तो आप देखोगे कि जितना रिवोल्ट सोसाइटी विच आंदा है, जितना चेंज सोसाइटी विच आंदा है, वो अपर क्लास तो नहीं आता। जितनी भी रेवोल्यूशन दुनिया विच होईयां शुरू तो ही वो उस सैक्शन ऑफ सोसाइटी तो नहीं आंदियां जिहदे कोल पावर और पैसा है, उस तो ज्यादा आंदियां जिन्हां कोल कुछ भी नहीं है। क्योंकि उन्हां लई रिवोल्ट का मतलब है कि कुछ भी नहीं है तो कुछ तो मिलेगा, और जो नहीं कुछ भी है तो रिस्क लैने की कैपेबिलिटी बढ़ जाती है। तो मेरे को है ही कुछ नहीं तो मेरा नुकसान की होने वाला है। तो महाराज सानू समझा रहे हैं कि सेवा करनी जिहड़ी है जीवन का बुनियादी एटीट्यूड अप्रोच होना चाहिए है। ਉਹਦੇ ਨਾਲ ਸੰਤੋਖ ਦੀ ਲੋੜ ਹੈ, ਸਬਰ ਦੀ ਲੋੜ ਹੈ। ਸੇਵਾ ਦੇ ਵਿੱਚ ਇੱਕ ਜ਼ਰੂਰੀ ਗੱਲ ਇਹ ਆ ਜਾਂਦੀ ਹੈ ਕਿ ਇਹ ਸਿਰਫ ਇੱਕ ਐਕਸ਼ਨ ਔਰ ਕਰਮ ਨਹੀਂ ਹੈ, ਇਹਦੇ ਵਿੱਚ ਥਾਟ ਵੀ ਇਨਵੋਲਡ ਹੈ ਔਰ ਇਮੋਸ਼ਨ ਵੀ ਇਨਵੋਲਡ ਨੇ। ਯਾਨੀ ਸੇਵਾ ਆਪਣੇ ਆਪ ਵਿੱਚ ਤਿੰਨਾਂ ਪਲੇਨਸ ਨੂੰ ਮਿਲਾ ਦਿੰਦਾ ਹੈ। ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਅਧਿਆਤਮ ਦੇ ਮਾਰਗ ਵਿੱਚ ਸੇਵਾ ਜ਼ਰੂਰੀ ਹੈ। ਨਾਲ ਇਸ ਤੇ ਜੋ ਬਾਣੀ ਸਾਨੂੰ ਦੱਸਦੀ ਹੈ ਕਿ ਸੇਵਾ ਵਿੱਚ ਅਧਿਆਤਮ, मेरी भावना, मेरी सोच और मेरा कर्म, कर्म यानी एक्शन, ये चारों रल जाते हैं इत्थे। किवें कि मैं अगर कोई काम करा पर उहदे च भावना ना होए, मैं कार दे टायर च हवा भर रहा, ਉਹਦੀ तो कोई भावना की लोड़ नहीं है, ना मेरे को कोई है भावना, वो एक मेरी नीड है, यूटिलिटी है, तो वो एक्शन है। ਉਹਦੇ ਵਿੱਚ ਮੈਂਟਲ ਫੈਕਲਟੀ ਇਨਵੋਲਡ ਨੇ, सोच के करदा वां, देख के करदा वां, संभाल के करदा वां। पर अध्यात्म और भावना ਇਹ ਦੋਨੋਂ ਚੀਜ਼ਾਂ ਇੱਥੇ ਇਨਵੋਲਵ ਨਹੀਂ ਹਨ, ਕਿਉਂਕਿ ਇੱਕ ਜੜ ਵਸਤੂ ਨੂੰ ਮੈਂ ਆਪਣੀ ਯੂਟਿਲਿਟੀ ਲਈ ਚੇਂਜ ਕਰ ਰਿਹਾ ਹਾਂ। ਤਾਂ ਇੱਥੇ ਮੇਰੀ ਥਾਟਸ ਜਿਹੜੀਆਂ ਮੇਰਾ ਟੂਲ ਬਣ ਗਈਆਂ ਔਰ ਮੈਂ ਉਸ ਕਾਰਜ ਨੂੰ ਕਰਦਾ ਹਾਂ, ਪਰ ਇਹ ਸੇਵਾ ਨਹੀਂ ਕਹੀ ਜਾ ਸਕਦੀ। ਸੇਵਾ ਵਿੱਚ ਜਿਹੜਾ ਚੌਥੀ ਡਾਇਮੈਂਸ਼ਨ ਹੈ ਉਹਦੇ ਚ ਹਜ਼ੂਰੀ ਹੈ, ਇੱਕ ਨਿਰੰਕਾਰ ਹੈ। ਇਹ ਹਜ਼ੂਰੀ ਸੇਵਾ ਦੇ ਅੰਦਰ ਹੈ। ਤਾਂ ਮੇਰਾ ਹਰ ਕਰਮ ਇੱਕ ਅਰਦਾਸ ਦੀ ਤਰ੍ਹਾਂ ਪੇਸ਼ ਹੋਏਗਾ। ਮੇਰਾ ਹਰ ਕਰਮ ਇੱਕ ਪ੍ਰੇਮ ਦੀ ਚਿੱਠੀ ਬਣ ਜਾਏਗਾ, ਜਿਵੇਂ ਸਾਹਿਬ ਨੇ ਸਾਨੂੰ ਸਮਝਾਇਆ ਸੀ, ਆਖਿਆ ਪਾਓ ਅਪਾਰ। ਇਹ ਹੁਣ ਸੇਵਾ ਦਾ ਓਸ਼ਨ ਇੰਨਾ ਵੱਡਾ ਹੈ, ਇੱਥੇ ਡੁਬਕੀ ਮਾਰਦੀ ਟੁਰ ਜਾਂਦਾ ਹੈ ਕਿਧਰੇ ਹੋ ਰਹੀ। ਇਹ ਇੱਕ ਅਰਦਾਸ ਹੈ ਸੇਵਾ, ਔਰ ਇਹਦੇ ਵਿੱਚ ਸਰਬੱਤ ਦਾ ਭਲਾ ਵੀ ਹੈ, ਮੇਰਾ ਭਲਾ ਵੀ ਨਾਲ ਹੈ। ਮਹਾਰਾਜ ਨੇ ਸਾਨੂੰ ਸੇਵਾ ਬਾਰੇ ਇਹ ਵੀ ਸਮਝਾਇਆ ਹੈ, मन वेचे सतगुर के पास ते सेवक के कारज रास। सेवक वो बनता है जेड़ा मन नू बेच दिंदा है, चेंजिंग माइंड नू ड्रॉप कर दिंदा है। उस अवस्था में चला जाता मन दी जिहदे विच नाम है, सिमरन है, हजूरी है, कृपा है, नदर है और थिरता है। एक ओंकार दी अमृत की बरखा है। साहिब जी सानू इस सेवा वल प्रेर के साडे सारे जीवन नू बदल चाहते हैं।
ਇੱਕੋ ਸੇਵਾ ਦੇ ਅਰਪਣ ਨਾਲ ਹੀ ਮੇਰਾ ਜੀਵਨ ਪੂਰਾ ਬਦਲ ਸਕਦਾ ਹੈ। ਔਰ ਮੇਰਾ ਜੀਵਨ ਦਾ ਹਰ ਕਰਮ ਇੱਕ ਸੇਵਾ ਬਣ ਸਕਦਾ ਹੈ। ਹਰ ਕਰਮ ਤੋਂ ਭਾਵ ਹੈ ਨਹੀਂ ਕਿ ਵੀ ਜੇ ਮੈਂ ਕੁਛ ਵੀ ਕਰਾਂ, ਵੈਸੇ ਤੇ ਇਹ ਗੱਲ ਲਾਜ਼ਮੀ ਹੈ ਕਿ ਅਗਰ ਮੇਰੀ ਸੁਰਤ ਸ਼ਬਦ ਨਾਲ ਖੇਡ ਚੱਲ ਜਾਂਦੀ ਹੈ ਤਾਂ ਹਰ ਕਰਮ ਸੇਵਾ ਬਣ ਜਾਂਦਾ ਹੈ। ਕਿਉਂਕਿ ਜਿਹਨੂੰ ਅੱਠੇ ਪਹਿਰ ਦਰਸ਼ਨ ਹੋਣ ਤਾਂ ਉਹਦਾ ਹਰ ਕਰਮ ਫਿਰ ਸੇਵਾ ਹੈ। ਕੁਛ ਵੀ ਉਹਦੀ ਹਜ਼ੂਰੀ ਦੇ ਬਿਨਾਂ ਨਹੀਂ ਹੈ। ਔਰ ਜਰਾ ਵੀ ਉਹ ਹਜ਼ੂਰੀ ਅਗਰ ਹਟਦੀ ਹੈ ਤਾਂ ਬੇਚੈਨ ਹੋ ਜਾਂਦਾ ਹੈ। ਬਿਲਕ ਕਰੇ ਚਾਤਰਿਕ ਕੀ ਨਿਆਈ, ਇੱਕ ਘੜੀ ਵੀ ਵਿਛੋੜਾ ਨਹੀਂ ਸਹਿ ਸਕਦਾ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਦੀ ਕਿਰਪਾ ਹੋਏ, ਸੁਰਤ ਔਰ ਸ਼ਬਦ ਦਾ ਮੇਲ ਹੋਏ, ਆਨੰਦ ਦੀ ਵਰਖਾ ਹੋਏ, ਅੰਮ੍ਰਿਤ ਦੀ ਖੇਡ ਚੱਲਦੀ ਹੋਏ। ਇਹ ਉਹਨਾਂ ਲੋਕਾਂ ਦੀ ਗੱਲ ਸਾਹਿਬ ਸਾਨੂੰ ਸਮਝਾ ਰਹੇ ਹਨ। ਕਿਵੇਂ ਕਿ ਕੋਈ ਜਨ ਇਸ ਤਰ੍ਹਾਂ ਸੋਚੇ ਕਿ ਸੇਵਾ ਦੇ ਵਿੱਚ ਮੇਰਾ ਜਦ ਜੀਵਨ ਲੀਨ ਹੈ ਤਾਂ ਸੇਵਾ ਔਰ ਸਿਮਰਨ ਹਜ਼ੂਰੀ ਵਿੱਚ ਹੋ ਰਹੇ ਹਨ। ਕਰਮ ਔਰ ਸਿਮਰਨ, ਕੁਛ ਵੀ ਕਰਮ ਮੈਂ ਕਰ ਰਿਹਾ ਹਾਂ ਉਹ ਸਿਮਰਨ ਬਣ ਗਿਆ ਹੈ। ਹੁਣ ਜੀਵਨ ਹੀ ਸਿਮਰਨ ਬਣ ਗਿਆ। ਹੁਣ ਜੀਵਨ ਨਾਮ ਦੇ ਵਿੱਚ ਢਲ ਗਿਆ ਹੈ। ਹੁਣ ਨਾਮ ਦ੍ਰਿੜਾ ਲਿਆ ਸੀ। ਹੁਣ ਜੀਵਨ ਵਿੱਚ ਲੰਬਾ ਨਹੀਂ ਰਹਿੰਦਾ। ਇਹ ਮੁੱਖ ਤ੍ਰਿਪਤ ਹੋ ਗਿਆ। ਜਿਵੇਂ ਕਿਸੇ ਅਵਸਥਾ ਨੂੰ ਦੇਖ ਕੇ, ਕਿਸੇ ਅਵਸਥਾ ਨੂੰ ਜਾਣ ਕੇ ਉਹਦੇ ਖੇੜੇ ਵਿੱਚ ਰਹਿਣਾ ਹੈ। ਫਿਰ ਔਕੜਾਂ ਅੜਚਨਾਂ ਫਿਰ ਵੀ ਆਉਣਗੀਆਂ, ਪਰ ਉਹ ਨਾਮ ਦੀ ਹਜ਼ੂਰੀ ਵਿੱਚ ਹਲਕੀਆਂ ਹੋ ਜਾਣਗੀਆਂ। ਔਰ ਕਿੱਥੇ ਤੇ ਸਿਖਰ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਜੀਵਨ ਬਿਲਕੁਲ ਹੀ ਮੁਸੀਬਤ ਬਣ ਜੇ ਸਿਖਰ ਦੇ ਵਿੱਚ, ਅਖੀਰ ਦੇ ਵਿੱਚ, ਤਾਂ ਇਹੋ ਜਿਹਾ ਜਨ ਬਿਲਕੁਲ ਹੀ ਆਨੰਦ ਵਿੱਚ ਰਹਿ ਜਾਂਦਾ ਹੈ। ਜੀਵਨ ਮੁਸੀਬਤ ਹੈ ਪਰ ਸੁਰਤ ਆਨੰਦ ਹੈ। ਇਹ ਤਾਂ ਫਿਰ ਦਰਸ਼ਨ ਫਿਜ਼ੀਕਲ ਲੈਵਲ ਤੇ ਫਿਰ ਇਹ ਪ੍ਰਗਟ ਹੋ ਜਾਂਦਾ ਹੈ ਕਿ ਕਿਰਪਾ ਕਿਸ ਤੇ ਹੈ, ਮਾਣ ਕਿਹਨੂੰ ਮਿਲ ਰਿਹਾ ਹੈ, ਕਿਸ ਨੇ ਮਾਣ ਕਮਾਇਆ ਹੈ। ਤਾਂ ਇਹ ਸਾਹਿਬ ਨੇ ਸਾਨੂੰ ਜਦੋਂ ਪ੍ਰੇਰਨਾ ਹੈ ਕਿ ਜਿਨ ਸੇਵੀਏ ਤਿਨ ਪਾਇਆ ਮਾਣ, ਕਿ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਉਸ ਦਰਗਾਹ ਵਿੱਚ ਮਾਣ ਮਿਲਦਾ ਹੈ। ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਸੇਵਾ ਜੀਵਨ ਬਣਾ ਲਿਆ। ਹੁਣ ਸੇਵਾ ਦੇ ਕੁਝ ਲੱਛਣ ਹਨ। ਉਹਦੇ ਚ ਇੱਕ ਜ਼ਰੂਰੀ ਲੱਛਣ ਇਹ ਹੈ ਕਿ ਸੇਵਾ ਕਰਨ ਵਾਲੇ ਨੂੰ ਵੀ ਨਹੀਂ ਪਤਾ ਉਹ ਸੇਵਾ ਕਰ ਰਿਹਾ ਹੈ। ਕਿਉਂਕਿ ਅਗਰ ਸੇਵਾ ਹਿਸਾਬ ਹੋ ਜਾਏਗਾ ਕਿ ਮੈਂ ਇਹ ਕੀਤਾ ਤਾਂ ਫਿਰ ਉਹ ਸੇਵਾ ਨਹੀਂ ਰਹੇਗਾ। ਜਾਂ ਫਿਰ ਮੈਂ ਸੇਵਾ ਕਰਦੇ ਸਮੇਂ ਇਹ ਜਤਾ ਲਿਆ ਮੈਂ ਸੇਵਾ ਕੀਤੀ ਤਾਂ ਫਿਰ ਉਹ ਸੇਵਾ ਨਹੀਂ ਰਹਿ ਗਈ। ਉਸ ਸੇਵਾ ਕਰਕੇ ਮੈਨੂੰ ਹੰਕਾਰ ਆ ਗਿਆ, ਮੈਂ ਸੇਵਾ ਕੀਤੀ, ਉਹ ਸੇਵਾ ਨਹੀਂ ਰਹਿ ਗਈ। ਫਿਰ ਮੈਂ ਉਸਨੂੰ ਕਰਮ ਦੇ ਸਾਈਕਲ ਵਿੱਚ ਕਨਵਰਟ ਕਰ ਦਿੱਤਾ ਹੈ। ਇੱਕ ਜ਼ਰੂਰੀ ਭਾਵ ਸੇਵਾ ਦੇ ਵਿੱਚ ਸਿਮਰਨ ਦਾ ਹੈ, ਜਿਹਦੇ ਵਿੱਚ ਭਾਵਨਾ ਆਧਾਰ ਬਣ ਜਾਂਦੀ ਹੈ ਜੀਵਨ ਦਾ। ਕਿਸ ਭਾਵਨਾ ਨਾਲ ਕਰਮ ਕੀਤਾ ਹੈ, ਇਸ ਤੋਂ ਦਿਖਦਾ ਹੈ ਉਹ ਸੇਵਾ ਹੈ ਕਿ ਨਹੀਂ ਹੈ। ਕਿਹੜੀ ਸੋਚ ਨਾਲ ਸੇਵਾ ਕੀਤੀ ਹੈ। ਔਰ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਸੰਤੋਖ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ। ਉਸ ਸੱਚ ਨੂੰ ਧਿਆਣਾ ਸੇਵਾ ਹੈ। ਉਸਦੇ ਧਿਆਨ ਵਿੱਚ, ਉਹਦੇ ਸਿਮਰਨ ਦੇ ਵਿੱਚ ਕੋਈ ਕਰਮ ਹੋਏ ਜਿਹੜਾ ਪਰਉਪਕਾਰ ਕਰਦਾ ਹੋਏ ਕਿਸੇ ਵੀ ਰੂਪ ਵਿੱਚ, ਕੋਈ ਸਲਾਹ ਹੋਏ, ਕੋਈ ਮਦਦ ਹੋਏ, ਉਹ ਸਭ ਸੇਵਾ ਦੇ ਵਿੱਚ ਆ ਜਾਂਦਾ ਹੈ। ਉਹਦੇ ਚ ਹਿਸਾਬ ਨਹੀਂ ਹੈ ਕੋਈ। ਇਸ ਕਰਕੇ ਜਿਸ ਨੂੰ ਆਜ਼ਾਦੀ ਦੀ ਭੁੱਖ ਹੁੰਦੀ ਹੈ ਉਹ ਲੈਣ ਦੇਣ ਦੇ ਬੰਧਨ ਵਿੱਚ ਨਹੀਂ ਕਰਮ ਨੂੰ ਬੰਨਦਾ। ਸੇਵਾ ਵਿੱਚ ਇੱਕ ਆਜ਼ਾਦੀ ਹੈ।
ਪਰ ਮੈਂ ਉਸ ਨੂੰ ਅਗਰ ਲੈਣ ਦੇਣ ਦੇ ਵਿੱਚ ਬੰਨ ਦਿੱਤਾ ਤਾਂ ਫਿਰ ਮੈਂ ਟਰੈਪ ਹੀ ਹੋ ਗਿਆ, ਮੈਂ ਆਜ਼ਾਦ ਨਹੀਂ ਹੋ ਸਕਾਂਗਾ, ਫਿਰ ਉਹ ਸੇਵਾ ਨਹੀਂ ਹੈ। ਜਿਹੜੀ ਵੀ ਸੇਵਾ ਅਸੀਂ ਜਿਸ ਤਰ੍ਹਾਂ ਵੀ ਸਮਝਾਂਗੇ ਸੇਵਾ ਨੂੰ, ਸੇਵਾ ਦੇ ਵਿੱਚ ਭਾਵਨਾ ਬੜੀ ਜ਼ਰੂਰੀ ਐਲੀਮੈਂਟ ਹੈ। ਸਿਮਰਨ, ਸੰਤੋਖ, ਸੱਚ ਦੇ ਵੱਲ ਮੂੰਹ, ਸੱਚ ਨੂੰ ਜਾਣਨ ਦੇ ਵਿੱਚ ਪਿਆਰ, ਅਰਦਾਸ, ਤਾਂ ਸੱਚ ਔਰ ਸੇਵਾ ਦਾ ਇੱਕ ਰਿਲੇਸ਼ਨਸ਼ਿਪ ਹੈ। ਸੇਵਾ ਇਸ ਰੂਪ ਵਿੱਚ ਸਮੇਂ ਤੋਂ ਪਰੇ ਹੈ, ਕਾਲ ਤੋਂ ਪਰੇ ਹੈ। ਸੇਵਾ ਨਾਮ ਹੀ ਹੈ। ਮਹਾਰਾਜ ਨੇ ਸਾਨੂੰ ਪ੍ਰੇਰਿਆ ਹੈ ਕਿ ਭਾਈ ਜਿਨ ਸੇਵਿਆ ਤਿਨ ਪਾਇਆ ਮਾਨ। ਉਸ ਦੀ ਦਰਗਾਹ ਵਿੱਚ ਮਾਨ ਲੈਣਾ ਹੈ, ਨਿਰੰਕਾਰ ਦੀ ਨਿਗਾਹ ਵਿੱਚ ਆਣਾ ਹੈ। ਸੇਵਾ ਜੀਵਨ ਦਾ ਐਟੀਟਿਊਡ ਔਰ ਅਪਰੋਚ ਹੋਣਾ ਚਾਹੀਦਾ ਹੈ। ਸੇਵਾ ਵਿੱਚ ਸਬਮਿਸ਼ਨ ਵੀ ਹੈ, ਰਜ਼ਾ ਵਿੱਚ ਚੱਲਣ ਦੀ ਬੁਨਿਆਦ ਹੈ ਸੇਵਾ ਦੀ। ਇੱਕ ਅਰਦਾਸ ਹੈ ਜੀਵਨ ਦੀ ਜੋ ਹਰ ਘੜੀ ਵਿੱਚ ਮੇਰੇ ਮਨ ਤੋਂ ਨਿਕਲਦੀ ਹੈ, ਔਰ ਉਸ ਸਿਮਰਨ ਕਰਦੇ ਹੋਏ ਜੋ ਕਰਮ ਮੈਂ ਕਰਦਾ ਹਾਂ ਉਹ ਉਸ ਦੇ ਵਿੱਚ ਲੀਨ ਹੋ ਜਾਂਦੀ ਹੈ। ਤਾਂ ਇੱਥੇ ਕਰਮ ਕਰਨਾ, ਐਕਸ਼ਨ, ਮੈਂਟਲ ਸੋਚ, ਭਾਵਨਾ ਔਰ ਅਧਿਆਤਮ ਚਾਰੋਂ ਰਲ ਜਾਂਦੇ ਹਨ ਇੱਕੋ ਪਲੇਟਫਾਰਮ ਤੇ, ਇੱਕੋ ਕਰਮ ਦੇ ਨਾਲ। ਇਹ ਸਭ ਬੰਨੇ ਜਾਂਦੇ ਹਨ। ਤਾਂ ਦੇਖਿਆ ਜਾਏ ਇਸ ਤਰ੍ਹਾਂ ਤੇ ਧਿਆਨ ਦੀ ਇੱਕ ਵਿਧੀ ਇਹ ਹੈ, ਜਦੋਂ ਮੈਂ ਕੁਝ ਛੋਟਾ ਗਿਆ ਬੜਾ ਜਿਵੇਂ ਮਰਜ਼ੀ ਕਰਮ ਕਰਾਂ, ਐਕਸ਼ਨ ਕਰਾਂ, ਉਹਦੇ ਨਾਲ ਭਾਵਨਾ, ਸਿਮਰਨ ਔਰ ਸੋਚ, ਇਹਨਾਂ ਨੂੰ ਰਲਾ ਲਵਾਂ। ਫਿਰ ਇਹ ਮੈਡੀਟੇਸ਼ਨ ਹੋ ਗਈ, ਧਿਆਨ ਵਿੱਚ ਸ਼ਬਦ ਦੀ ਹਜ਼ੂਰੀ ਹੋ ਗਈ। ਫਿਰ ਇਹ ਤੁਰਦੇ ਫਿਰਦੇ ਨਾਮ ਅਭਿਆਸ ਹੋ ਗਿਆ। ਫਿਰ ਇਹ ਆਨੰਦ ਦੀ ਵਰਖਾ ਹੋਣੀ ਸ਼ੁਰੂ ਹੋ ਗਈ, ਔਰ ਦਿਖਦਾ ਹੀ ਨਹੀਂ ਕਿ ਕਦੋਂ ਬੈਠ ਕੇ ਅਭਿਆਸ ਕਰਦਾ ਹੈ, ਦਿਖਦਾ ਹੀ ਨਹੀਂ, ਕਿਉਂਕਿ ਸਭ ਕੁਝ ਅੰਦਰ ਵਰਤ ਰਿਹਾ ਹੈ, ਪ੍ਰੇਮ ਵਰਤ ਰਿਹਾ ਹੈ, ਉਹਦੇ ਚ ਖੇੜਾ ਆ ਰਿਹਾ ਹੈ, ਉਹਦੇ ਚ ਆਨੰਦ ਆ ਰਿਹਾ ਹੈ, ਪਰ ਉਹ ਕਿਸੇ ਨੂੰ ਦਿਖਦਾ ਨਹੀਂ ਕਿ ਹੋ ਕੀ ਰਿਹਾ। ਤਾਂ ਮਹਾਰਾਜ ਸਾਨੂੰ ਪ੍ਰੇਰ ਰਹੇ ਹਨ ਕਿ ਜੀਵਨ ਨੂੰ ਇਸ ਤਰ੍ਹਾਂ ਬਣਾਈਏ ਜਿਵੇਂ ਜੀਵਨ ਸੇਵਾ ਔਰ ਸਿਮਰਨ ਬਣ ਜਾਏ, ਸੇਵਾ ਔਰ ਸੰਤੋਖ ਬਣ ਜਾਏ, ਜਿਵੇਂ ਮਨ ਨੂੰ ਸੋਧਣ ਦਾ ਇੱਕ ਜ਼ਰੀਆ ਬਣ ਜਾਏ ਸੇਵਾ। ਮਨ ਜੀਤੇ ਜਗ ਜੀਤ, ਜਿਵੇਂ ਧਿਆਨ ਦੀ ਇੱਕ ਵਿਧੀ ਬਣ ਜਾਏ ਸੇਵਾ। ਕਰਮ ਇਸ ਤਰ੍ਹਾਂ ਦਾ ਕਰੀਏ ਕਿ ਸ਼ਬਦ ਦੇ ਧਿਆਨ ਵਿੱਚ ਹੋਏ, ਤਾਂ ਮਨ ਵੀ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ, ਮਨ ਵੀ ਉਡਾਰੀ ਲੈਣਾ ਸ਼ੁਰੂ ਹੋ ਜਾਏਗਾ। ਤਾਂ ਮਨ ਮਾਨ ਜਿਹੜਾ ਹੈ ਉਹ ਸਿਮਰਨ ਔਰ ਨਾਮ ਦੇ ਰੂਪ ਵਿੱਚ ਮਨ ਵਿੱਚ ਪ੍ਰਗਟ ਹੋਏਗਾ। ਜਿਨ ਸੇਵਿਆ ਤਿਨ ਪਾਇਆ ਮਾਨ। ਸਾਹਿਬ ਇੱਕ ਰਸਤਾ ਦੱਸਦੇ ਹਨ ਉਹਨੂੰ ਜਾਣਨ ਦਾ, ਉਸਦੇ ਨਾਮ ਵਿੱਚ ਪ੍ਰਗਟ ਜਾਣ, ਉਸਦੇ ਨਾਮ ਨੂੰ ਆਪਣਾ ਜੀਵਨ ਦਾ ਇੱਕ ਹਿੱਸਾ ਬਣਾਉਣ ਦਾ। ਨਾਨਕ ਗਾਲੀਏ ਗੁਣੀ ਨਿਦਾਨ। ਅਗਰ ਇਸ ਤਰ੍ਹਾਂ ਦਾ ਕਰਮ ਮੈਂ ਕਰਦਾ ਹਾਂ ਤਾਂ ਇੱਕ ਤਰ੍ਹਾਂ ਦਾ ਗਾਣਾ ਹੈ, ਉਸ ਗੁਣਾਂ ਦੇ ਖਜ਼ਾਨੇ ਵਾਲੇ ਨਿਰੰਕਾਰ ਨੂੰ ਇੱਕ ਤਰ੍ਹਾਂ ਨਾਲ ਮੈਂ ਗਾ ਰਿਹਾ। ਹੁਣ ਇਹ ਗਾਣਾ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਬੈਠ ਕੇ ਕਿਧਰੇ ਗਾਇਆ, ਹੋ ਸਕਦਾ ਉਹ ਵੀ ਹੋਏ ਕਿਉਂਕਿ ਖੇੜੇ ਵਿੱਚ ਮਨ ਆਏਗਾ ਗਾਏਗਾ, ਪਰ ਇੱਥੇ ਗਾਣ ਦਾ ਭਾਵ ਕੁਝ ਹੋਰ ਹੈ। ਗਾਣ ਦਾ ਭਾਵ ਤੋਂ ਮੈਨੂੰ ਇਹ ਅਰਥ ਦਿਖਦਾ ਹੈ ਕਿ ਮਨ ਇੱਕ ਖੇੜੇ ਦੀ ਉਡਾਰੀ 'ਚ ਹੈ, ਇੱਕ ਆਨੰਦ ਦੀ ਵਰਖਾ ਵਿੱਚ ਹੈ, ਇੱਕ ਜੁੜਿਆ ਹੋਇਆ ਮਨ ਹੈ, ਇੱਕ ਮਨ ਜਿਹੜੀ ਹਜ਼ੂਰੀ ਵਿੱਚ ਹੈ, ਜਿਹਦੇ ਵਿੱਚ ਸ਼ਬਦ ਰੂਪੀ ਧਿਆਨ ਆਨੰਦ ਨੂੰ ਪ੍ਰਗਟ ਕਰ ਰਿਹਾ ਹੈ। ਨਾਨਕ ਗਾਲੀਏ ਗੁਣੀ ਨਿਦਾਨ। ਗੁਣਾਂ ਦੇ ਖਜ਼ਾਨੇ ਵਾਲੇ ਰੱਬ ਨੂੰ, ਨਿਰੰਕਾਰ ਨੂੰ ਜਾਣਨ ਦੀ ਉਹਦੇ ਵਿੱਚ
ਲੀਨ ਹੋਣ ਦਾ ਇੱਕ ਤਰੀਕਾ ਹੋ ਗਿਆ ਹੈ। ਗਾਣ ਦਾ ਮਤਲਬ ਮੈਂ ਲੀਨ ਹੋ ਗਿਆ, ਹੁਣ ਉਸਦੇ ਹਜ਼ੂਰੀ ਵਿੱਚ ਮੇਰਾ ਜੀਵਨ ਬੀਤ ਰਿਹਾ ਹੈ, ਤਾਂ ਮੇਰਾ ਜੀਵਨ ਇੱਕ ਸੈਲੀਬ੍ਰੇਸ਼ਨ ਹੈ, ਇੱਕ ਗਾਣਾ ਬਣ ਗਿਆ। ਮਹਾਰਾਜ ਨੂੰ ਬਾਰ-ਬਾਰ ਸਾਨੂੰ ਗਾਣ ਵੱਲ ਪ੍ਰੇਰਦੇ ਹਨ। ਪਵਨ ਨਾਲ ਜਿਵੇਂ ਕੋਈ ਰਿਸ਼ਤਾ ਜ਼ਿਆਦਾ ਗਹਿਰਾ ਹੋਏ। ਪਵਨ ਅਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਗਾਣ ਦਾ ਪਵਨ ਨਾਲ ਰਿਸ਼ਤਾ ਹੈ। ਗਾਣ ਨਾਲ ਮੇਰਾ ਰੋਮ ਰੋਮ ਚੇਂਜ ਵਿੱਚ ਆ ਜਾਂਦਾ ਹੈ, ਕਿਉਂਕਿ ਮੇਰੀ ਸਾਰੀ ਫੈਕਲਟੀਜ਼ ਇਨਵੋਲਵ ਹੋ ਜਾਂਦੀਆਂ। ਤਾਂ ਜਦ ਮੈਂ ਗਾਇਆ ਔਰ ਗਾ ਕੇ ਮੇਰੀ ਫੈਕਲਟੀਜ਼ ਇਨਵੋਲਵ ਹੋ ਗਈਆਂ, ਜਾਂ ਮੇਰੀ ਫੈਕਲਟੀ ਸੇਵਾ ਦੇ ਵਿੱਚ ਲੀਨ ਹੋ ਕੇ ਇਨਵੋਲਵਡ ਨੇ, ਉਹ ਇੱਕ ਗਾਣਾ ਬਣ ਗਿਆ, ਉਹ ਇੱਕ ਅਰਦਾਸ ਬਣ ਗਈ, ਇੱਕ ਹਜ਼ੂਰੀ ਬਣ ਗਈ, ਇੱਕ ਤਰ੍ਹਾਂ ਦੀ ਨਾਮ ਸਿਮਰਨ ਬਣ ਗਿਆ। ਆਰਤੀ ਤੋਂ ਇਹੀ ਭਾਵ ਹੈ ਮਹਾਰਾਜ ਦਾ, ਕਿ ਉਹ ਤਾਂ ਹਰ ਜਗ੍ਹਾ ਹੈ, ਉਹਦੀ ਹਜ਼ੂਰੀ ਤਾਂ ਬਣੀ ਹੈ ਪਹਿਲਾਂ, ਪਰ ਸ਼ਬਦ ਦੀ ਹਜ਼ੂਰੀ ਨਾ ਹੋਈ, ਉਸਦੀ ਹੋਂਦ ਨੂੰ ਨਹੀਂ ਜਾਣਿਆ, ਉਹਦੇ ਨਾਮ ਵਿੱਚ ਲੀਨ ਨਹੀਂ ਹੋਇਆ, ਆਪਣੇ ਆਪ ਨੂੰ ਨਹੀਂ ਗਵਾਇਆ, ਆਪਣੇ ਆਪ ਨੂੰ ਸੈਂਟਰ ਜਾਣਦਾ ਰਿਹਾ ਮੈਂ ਜੀਵਨ ਦਾ। ਔਰ ਇਹਦਾ ਕਾਰਨ ਹੈ ਕਿ ਮੈਂ ਕਿਉਂ ਸਦਾ ਆਪਣੇ ਆਪ ਨੂੰ ਸੈਂਟਰ ਜਾਣਦਾ ਹਾਂ। ਮਹਾਰਾਜ ਉਹ ਵੀ ਸਮਝਾਣਗੇ ਅੱਜ। ਮਹਾਰਾਜ ਫਿਰ ਅੱਗੇ ਦੱਸਦੇ ਨੇ ਕਿ ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਇਹਨਾਂ ਪੰਕਤੀਆਂ ਤੋਂ ਇੱਕ ਭਾਵ ਬੜਾ ਪ੍ਰਗਟ ਹੁੰਦਾ ਹੈ, ਜਿਹੜੀ ਗੱਲ ਮੈਂ ਆਪ ਨਾਲ ਸ਼ੇਅਰ ਕਰਦਾ ਹਾਂ, ਕਿ ਇਉਂ ਜਾਪਦਾ ਹੈ ਜਿਵੇਂ ਜੀਵਨ ਜਿਹੜਾ ਹੈ, ਜਿਸ ਤਰ੍ਹਾਂ ਮੈਂ ਬਿਤਾ ਰਿਹਾ ਹਾਂ, ਉਹ ਦੁੱਖ ਹੀ ਹੈ। ਮੇਰਾ ਜੀਵਨ ਦੁੱਖ ਦੇ ਵਿੱਚ ਹੈ, ਔਰ ਇਹ ਸ੍ਰਿਸ਼ਟੀ ਸਾਰੀ ਜਿਤਨੀ ਵੀ ਖਲਕਤ ਹੈ, ਦੁਨੀਆ ਹੈ, ਹਰ ਜਨੇ ਨੂੰ ਆਪਣਾ ਇੱਕ ਦੁੱਖ ਹੈ। ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਭ ਦੁਖੀਆ, ਜਿਵੇਂ ਮੇਰਾ ਐਕਸਪੀਰੀਅੰਸ ਜੀਵਨ ਦਾ ਮੈਨੂੰ ਦੁੱਖ ਹੀ ਦੇ ਰਿਹਾ ਹੈ। ਜਾਂਦਾ ਤਾਂ ਮੈਂ ਸੁਖ ਲੈਣ ਵਾਸਤੇ ਹਾਂ, ਪਰ ਮੈਨੂੰ ਮਿਲਦਾ ਦੁੱਖ ਹੀ ਹੈ। ਦੁੱਖ ਕੀਆਂ ਪੰਡਾ ਖੁੱਲੀਆਂ, ਸੁਖ ਨਾ ਨਿਕਲਿਓ ਕੋਈ। ਇਹ ਜੋ ਅੰਤਰ ਦੇ ਮਨ ਦੀਆਂ ਪੰਡਾ ਖੁੱਲੀਆਂ ਹਨ, ਤੇ ਦੁੱਖ ਹੀ ਦੁੱਖ ਮਿਲਦਾ ਹੈ, ਸੁਖ ਨਹੀਂ ਮਿਲ ਰਿਹਾ ਹੈ। ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਇਹ ਦੁੱਖ ਹੀ ਲੱਭਦਾ ਸਾਰਾ। ਇਹ ਪੰਕਤੀਆਂ ਇਹੀ ਦੱਸਦੀਆਂ ਨੇ ਕਿ ਜੀਵਨ ਦਾ ਐਕਸਪੀਰੀਅੰਸ ਅਗਰ ਸਿਰਫ ਫਿਜ਼ੀਕਲ ਪਲੇਨ ਤੇ ਹੋਏਗਾ, ਉਹਦੇ ਵਿੱਚ ਅਧਿਆਤਮ ਦੀ ਔਰ ਭਾਵਨਾ ਦੀ ਹਜ਼ੂਰੀ ਨਹੀਂ ਹੋਏਗੀ, ਨਾਮ ਦੀ ਹਜ਼ੂਰੀ ਨਹੀਂ ਹੋਏਗੀ, ਤਾਂ ਉਹ ਟ੍ਰੈਜੇਡੀ ਬਣੇਗਾ, ਦੁੱਖ ਹੀ ਬਣੇਗਾ। ਇਸ ਕਰਕੇ ਆਪ ਦੇਖੋ ਵੈਸਟ ਵਿੱਚ ਜਿਤਨੇ ਐਪਿਕਸ ਹੋਏ ਹਨ, ਸਭ ਟ੍ਰੈਜੇਡੀ ਹਨ। ਰੋਮੀਓ ਜੂਲੀਅਟ ਹੋ ਗਿਆ। ਮਨ ਦੇ ਪੱਧਰ ਤੇ ਅਗਰ ਮੈਂ ਉਨਮਨ ਦੀ ਅਵਸਥਾ ਨੂੰ ਨॉन ਪੋਸਿਬਿਲਿਟੀ ਗਿਣ ਲਵਾਂ ਕਿ ਕਦੇ ਨਹੀਂ ਹੋ ਸਕਦਾ, ਤਾਂ ਫਿਰ ਦੁਖੀ ਜੀਵਨ ਦਾ ਅੰਤ ਹੈ। ਦੁੱਖ ਦਾ ਅੰਤ ਇਸ ਕਰਕੇ ਹੈ ਕਿਉਂਕਿ ਮੇਰੇ ਜੀਵਨ ਦੀ ਅਪਰੋਚ ਇਸ ਤਰ੍ਹਾਂ ਹੈ। ਪਰ ਸਾਹਿਬ ਸਾਨੂੰ ਦੱਸਦੇ ਨੇ ਕਿ ਅਗਰ ਜੀਵਨ ਦੀ ਅਪਰੋਚ ਗਾਵੀਏ ਸੁਣੀਏ ਮਨ ਰੱਖੀਏ ਭਾਉ, ਇਹ ਚਾਰ ਚੀਜ਼ਾਂ ਗਾਵਨ ਔਰ ਸੁਣਨ ਤੋਂ ਭਾਵ ਕੀ ਹੈ? ਧਿਆਨ ਕਰਨਾ। ਕਿਉਂਕਿ ਅਗਰ ਕਿਸੇ ਨੂੰ ਗਾਣਾ ਹੈ ਤਾਂ ਉਹ ਧਿਆਨ ਨਾਲ ਹੀ ਗਾਏਗਾ, ਸੁਣਨਾ ਹੈ ਤਾਂ ਧਿਆਨ ਨਾਲ ਹੀ ਸੁਣੇਗਾ। ਮਨ ਵਿੱਚ ਧਿਆਨ ਕਰਨਾ ਭਾਵਨਾ ਦੇ ਨਾਲ, ਇਹ ਹੁਣ ਚੀਜ਼ ਥੋੜੀ ਜੀ ਫਰਕ ਹੋ ਜਾਂਦੀ ਹੈ। ਜਦੋਂ ਗੁਰਬਾਣੀ ਦੇ ਅਖਰੀ ਅਰਥਾਂ ਵਿੱਚ ਜੀਵਾਂਗੇ ਔਰ ਭਾਵਨਾ ਨਹੀਂ ਹੋਏਗੀ ਨਾਲ, ਤਾਂ ਇਹ ਖੇਡ ਨਹੀਂ ਵਰਤ ਰਹੀ। ਫਿਰ ਦੁੱਖ ਪਰ ਹਰ ਸੁਖ ਕਰ ਲੈ ਜਾਏ ਦੀ ਗੱਲ ਨਹੀਂ ਚੱਲੇਗੀ।
ਕੀ ਮਤਲਬ ਹੈ ਮੇਰਾ? ਮਤਲਬ ਮੇਰਾ ਇਹ ਹੈ ਕਿ ਅਸੀਂ ਆਖਰੀ ਅਰਥ ਤਾਂ ਜਾਣ ਲਏ, ਪਰ ਇਹਦਾ ਮੈਜਿਕ ਭਾਵਨਾ ਨਾਲ ਸਾਡੇ ਜੀਵਨ ਵਿੱਚ ਉਤਰਦਾ ਹੈ। ਔਰ ਅਗਰ ਮੇਰੇ ਜੀਵਨ ਦਾ ਹਿੱਸਾ ਭਾਵਨਾ ਨਹੀਂ ਹੈ, ਅਗਰ ਮੇਰੇ ਜੀਵਨ ਵਿੱਚ ਸੌਂਗ ਨਹੀਂ ਹੈ, ਕੀ ਮਤਲਬ ਹੈ? ਰੋਮਾਂਸ ਨਹੀਂ ਹੈ, ਭੁੱਖ ਨਹੀਂ ਹੈ ਸੱਤ ਦੀ, ਅਗਰ ਮੇਰੇ ਜੀਵਨ ਵਿੱਚ ਇੱਕ ਤੜਫਨ ਨਹੀਂ ਹੈ ਸੱਚ ਨੂੰ ਜਾਣਨ ਲਈ, ਔਰ ਉਸ ਤੋਂ ਉਜਾਗਰ ਹੋਣ ਦੀ ਭਾਵਨਾ ਨਹੀਂ ਹੈ, ਅਗਰ ਦਰਦ ਨਹੀਂ ਹੈ ਮੇਰੇ ਜੀਵਨ ਵਿੱਚ ਕਿ ਮੈਂ ਸੱਚ ਨੂੰ ਜਾਣਨਾ ਹੈ, ਤਾਂ ਆਖਰੀ ਅਰਥੋਂ ਵਿੱਚ ਫਿਰ ਬਾਣੀ ਦਾ ਮੈਜਿਕ ਨਹੀਂ ਹੋਏਗਾ, ਕਿਉਂਕਿ ਅੰਤਰ ਦੀ ਉਹ ਅਰਦਾਸ ਨਹੀਂ ਹੈ ਜਿਹਦੇ ਨਾਲ ਜੁੜ ਸਕੇ। ਪ੍ਰੇਮ ਔਰ ਭਾਵਨਾ ਉਹ ਸ਼ਕਤੀ ਦਿੰਦਾ ਹੈ ਮੈਨੂੰ ਕਿ ਮੈਂ ਦੁਆਇਤ ਤੋਂ ਪਾਰ ਹੋ ਕੇ ਸ਼ਬਦ ਲੈ ਕੇ ਫਿਰ ਇੱਕ ਨਵੀਂ ਅਵਸਥਾ ਨਾਲ ਜੁੜ ਸਕਾਂ, ਔਰ ਉਹਦੇ ਵਿੱਚ ਵਿਚਾਰ ਤੋਂ ਭਾਵ ਸਿਆਣਪ ਦੀ ਲੋੜ ਨਹੀਂ ਹੈ ਬਹੁਤੀ, ਪ੍ਰੇਮ ਦੀ ਲੋੜ ਜ਼ਿਆਦਾ ਹੈ। ਉਹਦੇ ਵਿੱਚ ਥਿਉਰੀਆਂ ਘੱਟ ਲੋੜਨ, ਮਨ ਨੂੰ ਅਰਪਣ ਕਰਨ ਦੀ ਵਿਧੀ, ਮਨ ਨੂੰ ਅਰਪਣ ਕਰਨ ਦੀ ਤਾਂਘ ਜ਼ਿਆਦਾ। ਔਰ ਮਨ ਨੂੰ ਮੈਂ ਕਦੋਂ ਅਰਪਣ ਕਰਾਂਗਾ? ਜਦੋਂ ਮਨ ਤੋਂ ਦੁਖੀ ਹੋ ਜਾਵਾਂਗਾ, ਮੈਂ ਪਰੇਸ਼ਾਨ ਹੋ ਜਾਵਾਂਗਾ ਕਿ ਇਹ ਮਨ ਮੇਰਾ ਕੀ ਹਾਲ ਹੋ ਗਿਆ, ਮੈਨੂੰ ਕੋਈ ਰਸਤਾ ਲੱਭੇ ਇਸ ਦੁਨੀਆ ਤੋਂ। ਸਭ ਸੋਲੂਸ਼ਨ ਮੈਂ ਢੂੰਡਦਾ ਹਾਂ, ਦੁੱਖ ਵਾਸਤੇ ਜਾਂਦਾ ਨਹੀਂ ਹਾਂ, ਪਰ ਦੁਖੀ ਪੰਡਾ ਮਿਲਦੀਆਂ ਨੇ। ਹਰ ਸੋਲੂਸ਼ਨ ਕੱਢਣ ਦੀ ਕਾ ਯਤਨ ਕਰਦਾ ਜਾਂਦਾ ਹਾਂ, ਉਸ ਕਰਨੇ ਕਰਕੇ ਹੀ ਮੈਂ ਟੁੱਟਦਾ ਜਾਂਦਾ ਹਾਂ, ਕਿਉਂਕਿ ਜੀਵਨ ਇੱਕ ਕਰਨ ਔਰ ਹੋਣ ਦਾ ਬੈਲੈਂਸ ਹੈ। ਜਦੋਂ ਮੈਂ ਕਰਨ ਤੋਂ ਆਜ਼ਾਦ ਹੋ ਜਾਵਾਂ ਕੁਝ ਚਿਰ ਲਈ, ਮੈਂ ਤੋਂ ਵੀ ਆਜ਼ਾਦ ਹੋ ਜਾਵਾਂ, ਕਿਉਂਕਿ ਮੈਂ ਹੀ ਕਰਨ ਵਾਲਾ ਹਾਂ, ਔਰ ਮੈਂ ਨੂੰ ਕਰਮਾਂ ਵਿੱਚ ਮੈਂ ਰੀਇਨਫੋਰਸ ਕਰ ਦਿੰਦਾ ਹਾਂ। ਤਾਂ ਸਾਹਿਬ ਕਹਿੰਦੇ ਨੇ ਇਹ ਜਿਹੜਾ ਕਰਮ ਹੈ ਇਹ ਸੇਵਾ ਬਣ ਜਾਏ। ਕਰਮ ਤਾਂ ਉਹੀ ਹੈ, ਪਰ ਇਹਦੇ ਚ ਭਾਵਨਾ ਮਿਲ ਗਈ, ਇੱਕ ਹਜ਼ੂਰੀ ਆ ਗਈ ਹੈ, ਇੱਕ ਪ੍ਰੇਮ ਆ ਗਿਆ ਹੈ ਉਸ ਸੱਤ ਦੀ ਭਾਲ ਦਾ, ਤਾਂ ਹਰ ਕਰਮ ਇੱਕ ਅਰਦਾਸ ਬਣ ਕੇ ਜੀਵਨ ਵਿੱਚ ਉਤਰ ਜਾਏਗਾ, ਤਾਂ ਹਰ ਕਰਮ ਇੱਕ ਸੌਂਗ ਬਣ ਜਾਏਗਾ, ਸੈਲੀਬ੍ਰੇਸ਼ਨ ਬਣ ਜਾਏਗਾ, ਇੱਕ ਆਨੰਦ ਦੀ ਘੜੀ ਬਣ ਜਾਏਗਾ। ਹਰ ਕਰਮ ਇੱਕ ਅਰਦਾਸ ਬਣ ਜਾਏਗਾ, ਹਰ ਕਰਮ ਤੂੰ ਹੀ ਨਿਰੰਕਾਰ ਵਿੱਚ ਆਪਣੇ ਆਪ ਨੂੰ ਡੁਬਾਉਣ ਦਾ ਇੱਕ ਜ਼ਰੀਆ ਬਣ ਜਾਏਗਾ। ਔਰ ਜਦੋਂ ਮੈਂ ਡੁੱਬ ਗਿਆ ਤਾਂ ਮੇਰੇ ਦੁੱਖ ਵੀ ਡੁੱਬ ਗਏ, ਜਦੋਂ ਉਹ ਆ ਗਿਆ, ਮੈਂ ਨਹੀਂ ਰਿਹਾ, ਨਾਮ ਆ ਗਿਆ, ਤਾਂ ਆਨੰਦ ਆ ਜਾਏਗਾ। ਸਾਰਾ ਜਨਮ ਮੈਂ ਮਕਾਨ ਬਣਾਉਂਦਾ ਵਾਂ ਕਿ ਆਪਣੇ ਘਰ ਵਿੱਚ ਸੁਖੀ ਰਵਾਂਗੇ, ਪਤਾ ਹੈ ਲੱਗਦਾ ਹੈ ਕਿ ਮਕਾਨ ਤਾਂ ਘਰ ਹੈ ਹੀ ਨਹੀਂ। ਅਗਰ ਮਨ ਬੇਚੈਨ ਹੈ ਤਾਂ ਮਕਾਨ ਦੇ ਵਿੱਚ ਵੀ ਬੇਚੈਨ ਹੈ। ਸਾਹਿਬ ਸਾਨੂੰ ਦੱਸਦੇ ਨੇ ਕਿ ਸਾਡਾ ਘਰ ਕੁਝ ਹੋਰ ਹੈ। ਦੇਖੋ ਇੱਕ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਕਿੰਨੀਆਂ ਗੱਲਾਂ ਕਰ ਗਏ ਹਨ। ਕਹਿੰਦੇ ਨੇ ਦੁੱਖ ਛੱਡ ਦੇ ਭਾਈ, ਆਪਣਾ ਘਰ ਆਨੰਦ ਨਾਲ ਭਰਿਆ ਹੈ, ਉਧਰ ਜਾਓ। ਸੁੱਖ ਵਿੱਚ ਹੋ ਕੇ ਘਰ ਚਲੇ ਜਾਓ, ਘਰ ਚਲੇ ਜਾਓ, ਸੁਖੀ ਹੋ ਜਾਓ। ਘਰ ਇੱਕ ਸੁਰਤ ਦੀ ਥਾਂ ਹੈ, ਇੱਕ ਸੁਰਤ ਦੀ ਅਵਸਥਾ ਹੈ, ਜਿੱਥੇ ਮੈਂ ਹਾਂ ਹੀ ਨਹੀਂ, ਨਾ ਮੇਰਾ ਦੁੱਖ ਹੈ। ਮਨ ਵਿੱਚ ਭਾਵਨਾ ਹੈ, ਮਨ ਵਿੱਚ ਪ੍ਰੇਮ ਹੈ, ਮਨ ਵਿੱਚ ਆਨੰਦ ਹੈ। ਉਸ ਖੇੜੇ ਦੇ ਵਿੱਚ ਮੈਂ ਘਰ ਵਿੱਚ ਹਾਂ। ਹੁਣ ਘਰ ਦੇ ਵਿੱਚ ਕੀ ਆਉਂਦਾ ਹੈ? ਵਿਸਰਾਮ ਆ ਜਾਂਦਾ ਹੈ। ਇੱਥੇ ਮਾਲਕ ਮੈਂ ਹਾਂ, ਹੁਣ ਮਨ ਜੀਤ ਤੇ ਜਗ ਜੀਤ, ਆਪਣੇ ਘਰ ਵਿੱਚ ਵਿਸਰਾਮ ਵਿੱਚ ਆ ਗਿਆ।
ਹੁਣ ਭਟਕਣਾ ਹਟ ਗਈ, ਕਿਉਂਕਿ ਜਦੋਂ ਤ੍ਰਿਪਤ ਹੋ ਗਿਆ ਨਾਮ ਵਿੱਚ, ਫਿਰ ਭਟਕਣਾ ਹਟ ਗਈ। ਤਾਂ ਦੋਨੋਂ ਚੀਜ਼ਾਂ ਨਾਲ ਆ ਗਈਆਂ। ਇੱਕ ਸੇਵਾ ਦੀ ਕਮਾਈ ਤੋਂ ਸ਼ੁਰੂ ਕਰਕੇ ਮਹਾਰਾਜ ਸਾਨੂੰ ਐਸੇ ਘਰ ਵਿੱਚ ਲੈ ਗਏ ਹਨ ਜਿੱਥੇ ਸਦਾ ਲਈ ਆਨੰਦ ਸਾਡੇ ਲਈ ਹਾਜ਼ਰ ਹੈ। ਬਾਦਲ ਅਸੀਂ ਇਸ ਸੇਵਾ ਨੂੰ ਸੇਵਾ ਕਹਿੰਦੇ ਹਾਂ, ਪਰ ਉਹ ਸੇਵਾ ਹੁੰਦੀ ਨਹੀਂ ਹੈ। ਸੂਫੀ ਇੱਕ ਬੜੀ ਕਮਾਲ ਦੀ ਗੱਲ ਕਰਦੇ ਆ, ਨੇਕੀ ਕਰ ਦੇ ਖੂਹ ਵਿੱਚ ਪਾ। ਬਿਲਕੁਲ ਇਹੀ ਗੱਲ ਹੈ। ਅਗਰ ਸੇਵਾ ਨੂੰ ਕਿਸੇ ਬੜੇ ਸੰਖੇਪ ਤਰੀਕੇ ਨਾਲ ਸਮਝਾਣਾ ਜਾਏ, ਮੋਟੀ ਬੁੱਧੀ ਨਾਲ, ਤਾਂ ਕਰ ਔਰ ਜਾਣ ਹੀ ਨਾ ਕਿ ਕੀਤਾ ਹੈ। ਕਿਸੇ ਦਾ ਭਲਾ ਕਰ, ਪਰ ਜਾਣ ਹੀ ਨਹੀਂ ਕਿ ਕੀਤਾ ਹੈ। ਕੁਝ ਸਿਮਰਨ ਦੀ ਕਮਾਈ ਕਰ ਔਰ ਆਪ ਵੀ ਮਾਣ ਨਾ ਰੱਖ ਕੇ ਮੈਂ ਸਿਮਰਨ ਕੀਤਾ ਹੈ। ਸਾਨੂੰ ਦੋ ਸ਼ਬਦ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆ ਜਾਂਦੇ ਹੈ, ਸਾਨੂੰ ਉੱਥੋਂ ਹੀ ਲੱਗਦਾ ਹੈ ਕਿ ਅਸੀਂ ਜੀਵਨ ਨੂੰ ਜਾਣ ਲਿਆ, ਬਾਕੀਆਂ ਨੂੰ ਸਿਖਾ ਦਿਆਂਗੇ। ਪਰ ਮੈਂ ਆਪਣੇ ਆਪ ਨੂੰ ਇਹ ਜ਼ਰੂਰ ਪੁੱਛਦਾ ਵਾਂ, ਛੱਡ ਕੇ ਸੁਖ ਦੀ ਆਲਿੰਗਨ ਕਰ ਲਿਆ, ਸੁਖ ਨੂੰ ਜੋਦੜੀ ਕਰ ਲਈ, ਸੁਖ ਦੀ ਸਾਥ ਕਰ ਲਿਆ ਸੁਖ ਦਾ। ਮੇਰੀ ਮਨ ਦੀ ਅਵਸਥਾ ਕੀ ਹੈ, ਇਹ ਟੈਸਟ ਹੈ ਅਸਲ। ਔਰ ਇਹ ਸਿਰਫ ਮੈਂ ਹੀ ਜਾਣਦਾ ਹਾਂ, ਜਾਂ ਫਿਰ ਜੋ ਮੇਰੇ ਆਲੇ ਦੁਆਲੇ ਬੈਠਦੇ ਆ ਉਹ ਜਾਣ ਸਕਦੇ ਹਨ, ਪਰ ਉਹ ਵੀ ਨਹੀਂ। ਜਾਣਨਾ ਤੇ ਮੈਨੂੰ ਹੀ ਹੈ, ਦੂਸਰੇ ਨੂੰ ਜਾਣਨ ਦਾ ਕੀ ਫਾਇਦਾ। ਮਨ ਦੇ ਵਿੱਚ ਮੇਰੇ ਕਿਹੜਾ ਹੈ, ਕਿੰਨੀ ਹੈ, ਮਨ ਦੇ ਵਿੱਚ ਪ੍ਰੇਮ ਕਿੰਨੀ ਹੈ। ਤਾਂ ਜਦੋਂ ਪ੍ਰੇਮ ਉਤਰੇਗਾ ਤਾਂ ਬਾਣੀ ਅਸਰ ਕਰਨਾ ਸ਼ੁਰੂ ਕਰ ਗਈ, ਔਰ ਭਾਵਨਾ ਦੇ ਜ਼ਰੀਏ ਹੀ ਬਾਣੀ ਦਾ ਅਸਰ ਮਨ ਵਿੱਚ ਉਤਰੇਗਾ। ਜਦੋਂ ਮੇਰੀ ਜੀਵਨ ਇੱਕ ਸੇਵਾ ਹੀ ਬਣ ਜਾਏਗਾ। ਇੱਕ ਸੰਤ ਦੀ ਗੱਲ ਅਸੀਂ ਕਰਦੇ ਸੀ ਪਹਿਲਾਂ, ਕਿ ਆਪਣੇ ਸ਼ਿਸ਼ ਨੂੰ ਸੰਤ ਨੇ ਭੇਜਿਆ ਕਿ ਜਾ ਮੇਰਾ ਗੁਰੂ ਹੈ ਉਹਦੇ ਕੋਲ ਜਾ ਕੇ ਰਹਿ। ਤਾਂ ਉਹਨਾਂ ਕੋਲ ਗਿਆ, ਤਾਂ ਉਹ ਘਰ ਪਹੁੰਚਿਆ, ਉਹਦੇ ਉਹ ਭਾਂਡੇ ਮਾਂਜਦਾ ਸੀ। ਦੋ ਭਾਂਡੇ ਉਹਨਾਂ ਨੇ ਇਹਨੂੰ ਦੇ ਦਿੱਤੇ, ਭਾਂਡੇ ਮਾਂਜੇ ਤੇ ਰਾਤ ਦਾ ਵੇਲਾ ਹੈ, ਪੈ ਗਏ। ਸਵੇਰੇ ਉੱਠੇ, ਕੁਝ ਚਿਰ ਆਪਣਾ ਅਭਿਆਸ ਵਿੱਚ ਬੈਠੇ, ਫਿਰ ਕਰਮ ਦੇ ਵਿੱਚ ਲੱਗੇ ਜੀਵਨ ਦੇ, ਕੁਝ ਕਹਿਣਾ, ਕੁਝ ਸੁਣਨਾ, ਕੁਝ ਕਰਮ ਕਰਨਾ, ਕੁਝ ਖੇਤੀ ਕਰਨੀ, ਕੁਝ ਹੋਰ ਕੰਮ ਕਰਨੇ, ਦੇਖ ਰੇਖ ਕਰਨੀ। ਤਾਂ ਕਈ ਦਿਨ ਇਸ ਤਰ੍ਹਾਂ ਨਿਕਲ ਗਏ। ਅਖੀਰ ਹੈ ਪਰੇਸ਼ਾਨ ਹੋ ਗਿਆ, ਔਰ ਉਹਨੇ ਸੋਚਿਆ ਕਿ ਇਹ ਕੀ ਸੰਤ ਹੈ, ਮੈਨੂੰ ਤਾਂ ਸਮਝ ਨਹੀਂ ਆਈ। ਤਾਂ ਉਹਦੇ ਗੁਰੂ ਨੇ ਵਾਪਸ ਬੁਲਾ ਲਿਆ ਕਿ ਜੀ ਦੱਸੋ। ਕਹਿੰਦਾ ਜੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ, ਇਹ ਤੇ ਆਪਣਾ ਰੋਜ਼ਮर्रा ਦਾ ਜੀਵਨ ਹੀ ਜਿੰਦੇ ਹਨ, ਇਹ ਕਾਹਦੇ ਸੰਤ ਨੇ। ਨਾ ਕੋਈ ਇੱਥੇ ਸਭਾ ਲੱਗਦੀ ਹੈ, ਨਾ ਕੋਈ ਡਿਸਕੋਰਸ ਹੁੰਦੇ ਹੈ, ਨਾ ਕੋਈ ਗਿਆਨ ਦਿੱਤਾ ਜਾਂਦਾ ਹੈ, ਨਾ ਕੁਝ ਸੇਧ ਦਿੱਤੀ ਜਾਂਦੀ ਹੈ ਜੀਵਨ ਬਾਰੇ, ਇਹ ਕੀ। ਤਾਂ ਉਹਨੂੰ ਸੰਤਾਂ ਨੇ ਉਹਨੂੰ ਕਿਹਾ ਮੈਂ ਤਾਂ ਤੈਨੂੰ ਇਸੇ ਲਈ ਭੇਜਿਆ ਸੀ, ਇਹ ਦੇਖਣ ਲਈ ਕਿ ਅਸਲ ਵਿੱਚ ਅਗਰ ਕਿਸੇ ਨੇ ਪਾ ਲਿਆ ਤਾਂ ਉਹਦਾ ਜੀਵਨ ਹੀ ਸਾਰਾ ਇੱਕ ਖੇੜਾ ਹੈ। ਉਹ ਹੁਕਮ ਵਿੱਚ ਲੀਨ ਹੈ, ਹੁਕਮ ਵਿੱਚ ਸਭ ਕੁਝ ਕਰ ਰਿਹਾ ਹੈ, ਉਹਦੇ ਲਈ ਸਭ ਕੁਝ ਹਜ਼ੂਰੀ ਹੈ। ਉਹਦਾ ਸੋਣਾ ਵੀ ਹਜ਼ੂਰੀ ਚ ਹੈ, ਉਹਦਾ ਉੱਠਣਾ ਵੀ ਹਜ਼ੂਰੀ ਚ ਹੈ, ਉਹਦਾ ਖਾਣਾ ਵੀ ਹਜ਼ੂਰੀ ਚ ਹੈ, ਉਹਦਾ ਜੀਵਨ ਹੀ ਇੱਕ ਹਜ਼ੂਰੀ ਹੈ। ਤਾਂ ਉਹਨੂੰ ਹੁਣ ਕੁਝ ਇਹੋ ਜਿਹਾ ਕਰਮ ਕਰਨ ਦੀ ਲੋੜ ਨਹੀਂ ਜਿਹਦੇ ਨਾਲ ਆਪਣੇ ਆਪ ਨੂੰ ਸਮਝਾਣਾ ਹੋਵੇ ਕਿ ਮੈਂ ਹਜ਼ੂਰੀ ਚ ਜੀਣਾ। ਤਾਂ ਹੁਣ ਤਾਂ ਜਦੋਂ ਪਿਆਸ ਲੱਗਦੀ ਹੈ ਪਾਣੀ ਪੀ ਲੈਂਦਾ, ਰੋਟੀ ਭੁੱਖ ਲੱਗਦੀ ਹੈ ਰੋਟੀ ਖਾ ਲੈਂਦਾ। ਜੀਵਨ ਇੱਕ ਤਰ੍ਹਾਂ ਦੀ ਲਹਿਰ ਵਿੱਚ ਚੱਲਦਾ ਹੈ, ਇੱਕ ਹਾਰਮੋਨੀ ਵਿੱਚ ਚੱਲ ਰਿਹਾ ਹੈ। ਜੀਵਨ ਇੱਕ ਤਰ੍ਹਾਂ ਇੱਕ ਗਿਆਨ ਦੇ ਵਿੱਚ ਚੱਲ ਰਿਹਾ ਹੈ, ਜਿਹਦੇ ਦੂਸਰਿਆਂ ਨੂੰ ਗਿਆਨ ਦੇਣ ਦੀ ਲੋੜ ਨਹੀਂ, ਆਪਣੇ ਆਪ ਨੂੰ ਕਨਵਿੰਸ ਕਰਨ ਲਈ ਕਿ ਮੈਂ ਗਿਆਨ ਜਾਣਦਾ ਹਾਂ। ਅਸੀਂ ਔਰ ਮੈਂ, ਮੇਰੇ ਵਰਗੇ ਤਾਂ ਇਹ ਕਰਦੇ ਨੇ। ਦਰਅਸਲ ਗਿਆਨ ਸਾਹਿਬ ਜਿਸ ਤਰ੍ਹਾਂ ਸਮਝਾਉਂਦੇ ਹਨ ਕਿ
ਆਪਣੀ ਹੋਂਦ ਜਾਣ ਲੈਣਾ, ਆਪਣੀ ਲਿਮਿਟੇਸ਼ਨ ਜਾਣ ਲੈਣਾ, ਔਰ ਮਨ ਦੀਆਂ ਉਹ ਅਵਸਥਾ ਜਾਣ ਲੈਣੀ ਜਿੱਥੇ ਆਨੰਦ ਦੀ ਵਰਖਾ ਹੋ ਰਹੀ ਹੈ ਸਦਾ ਲਈ, ਜਿੱਥੇ ਮੈਂ ਨਹੀਂ ਹਾਂ ਪਰ ਹਜ਼ੂਰੀ ਹੈ, ਦਰਅਸਲ ਜੀਵਨ ਦਾ ਗਿਆਨ ਹੈ। ਹੁਣ ਉਹ ਕਿੰਨੇ ਅੱਖਰ ਪੜ੍ਹੇ ਸ਼ਾਇਦ ਉਹ ਮੈਟਰ ਨਹੀਂ ਕਰਦਾ ਹੋਵੇ, ਪਰ ਮਨ ਅਰਪਣ ਦੀ ਵਿਧੀ ਹੈ। ਮਨ ਨੂੰ ਅਰਪਣ ਲਈ ਤਿਆਰ ਹੋ ਗਿਆ ਮਨ, ਗੁਰੂ ਨੂੰ ਜੀਵਨ ਵਿੱਚ ਉਤਾਰਨ ਲਈ ਤਿਆਰ ਹੈ, ਸ਼ਬਦ ਨੂੰ ਸੁਰਤ ਨਾਲ ਰਲਾਉਣ ਲਈ ਤਿਆਰ ਹੈ। ਦੁੱਖ ਪਰ ਹਰ ਸੁਖ ਕਰ ਲੈ ਜਾਏ, ਸੁਖ ਜਿਹੜਾ ਹੈ ਉਹ ਲੈ ਕੇ ਘਰ ਜਾਣ ਲਈ ਤਿਆਰ ਹੈ। ਜਿਹੜਾ ਇਨਸਾਨ ਮੇਰੇ ਵਰਗਾ ਜਦੋਂ ਸਾਰਾ ਦਿਨ ਦੁਖੀ ਹੀ ਰਹਿੰਦਾ ਹੈ, ਉਹ ਸਾਰਾ ਜੀਵਨ ਹੀ ਦੁੱਖ ਦਿਖਦਾ ਹੈ, ਤਾਂ ਵਿਆਕੁਲਤਾ ਹੈ, ਪਰੇਸ਼ਾਨੀ ਹੈ, एंजाइटी है, उदासी है, होपलेसनेस है, हेल्पलेसनेस है, कुछ समझ नहीं आ रही की करना है। ਤਾਂ ਆਪ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਜੀਵਨ ਵਿੱਚ ਦੂਰੋਂ ਸਾਨੂੰ ਦਿਖਦਾ ਹੋਏ ਕਿ ਜੀਵਨ ਬੜਾ ਚੰਗਾ ਹੈ, ਬੜੀ ਮਹਾਰਾਜ ਦੀ ਕਿਰਪਾ ਹੈ, ਪਰ ਇਹੋ ਜਿਹੇ ਲੋਕ ਵੀ ਹਨ ਜਿਤਨੇ ਇਤਨੇ ਉਦਾਸ ਹਨ ਕਿ ਜੀਵਨ ਨੂੰ ਵੀ ਛੱਡ ਦਿੰਦੇ ਨੇ। ਫਿਰ ਇਹ ਬਿਲਕੁਲ ਹੋਪ ਖੋ ਬੈਠੇ ਨੇ ਕਿ ਜੀਵਨ ਕੁਝ ਮਿਲੇਗਾ, ਤਾਂ ਇਸ ਤਰ੍ਹਾਂ ਸੁਸਾਈਡ ਹੁੰਦਾ ਹੈ ਸੋਸਾਇਟੀ 'ਚ। ਇੱਕ ਤਾਂ ਉਹ ਇਹ ਵੀ ਮੰਨਣ ਨੂੰ ਉਸ ਮੈਂ ਦੇ ਅੰਦਰ ਉਹ ਹੋਪ ਖੋ ਬੈਠੇ ਹੈ ਔਰ ਤੂੰ ਹੀ ਦਾ ਰਸਤਾ ਨਹੀਂ ਮਿਲਿਆ। ਉਸ ਮੈਂ ਦੇ ਵਿੱਚ ਮੈਂ ਆਪਣੇ ਆਪ ਨੂੰ ਛੱਡਿਆ ਹੈ, ਉਸ ਸਰੀਰ ਨੂੰ ਛੱਡ ਦਿੱਤਾ, ਪਰ ਮੈਂ ਨਹੀਂ ਛੱਡੀ। ਗੱਲ ਤਾਂ ਸਾਹਿਬ ਸਾਨੂੰ ਜੋ ਸਮਝਾਉਂਦੇ ਹਨ ਕਿ ਇਸ ਈਗੋ ਤੋਂ ਪਾਰ, ਇਸ ਹੋਮੇ ਤੋਂ ਪਾਰ ਜਾ ਕੇ ਸਾਨੂੰ ਦਿਖਦਾ ਹੈ ਕਿ ਕੌਣ ਹੈ ਅਸਲ ਵਿੱਚ ਦੁਨੀਆ ਦਾ ਮਾਲਕ। ਤਾਂ ਛੱਡਣੀ ਤਾਂ ਹੋਮੇ ਹੈ, ਸਰੀਰ ਛੱਡਣ ਨਾਲ ਹੋਮੇ ਨਹੀਂ ਜਾਏਗੀ। ਮਨ ਦੀ ਅਵਸਥਾ ਉਸੇ ਤਰ੍ਹਾਂ ਰਹੇਗੀ ਜੋ ਦੁਨੀਆ ਵਿੱਚ ਕਮਾਇਆ ਹੈ। ਤਾਂ ਇਸ ਤਰ੍ਹਾਂ ਹੋ ਜਾਂਦਾ ਹੈ ਸੋਸਾਇਟੀ ਵਿੱਚ, ਔਰ ਇਹ ਬੜੀ ਦਰਦਨਾਕ ਗੱਲ ਹੈ ਕਿ ਕੋਈ ਇਹ ਚੋਇਸ ਲੈਂਦਾ ਹੈ। ਇਹ ਚੋਇਸ ਹੈ, ਹੁਣ ਕਿਸੇ ਨੇ ਚੂਜ਼ ਕਰ ਲਿਆ ਕਿ ਇਹ ਨਿਰਾਸ਼ ਹੈ ਜੀਵਨ ਪੂਰਾ, ਇੱਥੇ ਕੋਈ ਆਸ ਨਹੀਂ ਹੈ, ਟ੍ਰੈਜੇਡੀ ਬਣ ਗਿਆ ਜੀਵਨ। ਤਾਂ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਹਾਂ ਟ੍ਰੈਜੇਡੀ ਦਿਖੇਗਾ ਜਦ ਤੱਕ ਸੇਵਾ ਵਿੱਚ ਨਹੀਂ ਉਤਰਾਂਗੇ ਜੀਵਨ ਦੀ, ਜਦ ਤੱਕ ਸੰਤੋਖ ਵਿੱਚ ਸੇਵਾ ਨਹੀਂ ਕਰਾਂਗੇ, ਪ੍ਰੇਮ ਵਿੱਚ ਸੇਵਾ ਨਹੀਂ ਕਰਾਂਗੇ, ਜਦ ਤੱਕ ਉਸਦੇ ਗੁਣ ਨਹੀਂ ਗਾਵਾਂਗੇ, ਉਹਦਾ ਧਿਆਨ ਨਹੀਂ ਧਰਾਂਗੇ ਜੋ ਮੈਂ ਨਹੀਂ ਹਾਂ। ਜਦ ਆਪਣੇ ਵੱਲ ਹੀ ਧਿਆਨ ਕਰਦੇ ਰਵਾਂਗੇ, ਮੈਂ ਔਰ ਮੇਰੀ ਈਗੋ, ਤਾਂ ਦੁੱਖ ਹੀ ਲੱਭਦਾ ਜਾਏਗਾ, ਕਿਉਂਕਿ ਉਹਦੇ ਵਿੱਚ ਤਾਂ ਆਨੰਦ ਦੀ ਵਰਖਾ ਨਹੀਂ ਹੈ, ਸੁੱਖ ਦੀ ਹੈ, ਔਰ ਉਹਦੇ ਵਿੱਚ ਸੁੱਖ ਔਰ ਦੁੱਖ ਨਾਲ ਰਲਦਾ ਹੈ। ਜਦੋਂ ਸੁੱਖ ਤੋਂ ਬਾਅਦ ਜਦੋਂ ਦੁੱਖ ਆਉਂਦਾ ਹੈ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਉਹ ਸੁੱਖ ਵੀ ਹੈ, ਦੁੱਖ ਹੀ ਸੀਗਾ। ਇਸ ਦੁੱਖ ਦੀ ਉਡੀਕ ਹੀ ਹੁੰਦੀ ਰਹਿੰਦੀ ਹੈ। ਫਿਰ ਇਹੀ ਸੋਚਦਾ ਰਹਿੰਦਾ ਹੈ ਇਨਸਾਨ ਕਿ ਹੁਣ ਕਦੋਂ ਦੁੱਖ ਆਉਣ ਵਾਲਾ, ਸੁਖੀ ਦੀ ਘੜੀ ਤੇ ਆਈ ਹੈ ਪਰ ਦੁੱਖ ਆ ਜਾਏਗਾ ਹੁਣ। ਅੰਤਰ ਵਿੱਚ ਤਾਂ ਗਿਆਨ ਹੈ। ਨਾਨਕ ਗਾਵੀਏ ਗੁਣੀ ਨਿਦਾਨ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਗਾਵਾਂਗੇ ਸੁਣਾਂਗੇ, ਧਿਆਨ ਵਿੱਚ ਮਨ ਵਿੱਚ ਭਾਵਨਾ ਹੋਏ, ਮਨ ਵਿੱਚ ਧਿਆਨ ਔਰ ਭਾਵਨਾ, ਗਾਵੀਏ ਸੁਣੀਏ, ਤਾਂ ਜੀਵਨ ਹੀ ਗਾਣਾ ਬਣ ਜਾਏਗਾ। ਔਰ ਅਗਰ ਗਾਵਾਂਗੇ ਸੁਣਾਂਗੇ ਧਿਆਨ ਕਰਕੇ, ਮਨ ਵਿੱਚ ਉਸਦਾ ਧਿਆਨ ਧਰਾਂਗੇ, ਉਸਦੀ ਉਹਦੇ ਗੁਣ ਗਾਵਾਂਗੇ, ਉਸਦੇ ਗੁਣ ਸੁਣਾਂਗੇ, ਤਾਂ ਉਸਦੇ ਵੱਲ ਮੁਖ ਹੋ ਜਾਏਗਾ, ਮਨਮੁਖ ਤੋਂ ਗੁਰਮੁਖ ਬਣ ਜਾਏਗਾ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਤਾਂ ਭਾਵਨਾ ਇਹਦਾ ਇੱਕ ਵਰਡ ਆਉਂਦਾ ਕੈਮਿਸਟਰੀ ਵਿੱਚ, ਕੈਟਲਿਸਟ, ਕਿ ਦੋ ਚੀਜ਼ਾਂ ਨੇ ਰਲੀਆਂ ਨੇ ਔਰ ਕੁਝ ਹੋ ਨਹੀਂ ਰਿਹਾ, ਸ਼ਾਂਤ ਪਏ, ਇੱਕ ਬੀਕਰ ਦੇ ਵਿੱਚ ਦੋ ਕੈਮੀਕਲ ਪਾ ਦਿੱਤੇ ਹਨ, ਉਹ ਸ਼ਾਂਤ ਨੇ, ਬਿਲਕੁਲ ਕੁਝ ਨਹੀਂ ਹੋ ਰਿਹਾ। ਤਾਂ ਕੈਮਿਸਟਰੀ ਕਹਿੰਦੀ ਹੈ ਕਿ ਕੈਟਲਿਸਟ ਪਾ ਦਿਓ,
ਤਾਂ ਉਹ ਵਿਸਫੋਟ ਹੋਣ ਦੀ ਪੋਸੀਬਿਲਿਟੀ ਹੈ। ਕੈਟਲਿਸਟ ਜਿਹੜਾ ਚੇਂਜ ਲਿਆਉਣ ਦਾ, ਜਿਸ ਦੀ ਹਜ਼ੂਰੀ ਵਿੱਚ ਬਦਲਾਵ ਲਿਆਇਆ ਜਾ ਸਕਦਾ ਹੈ। ਮੈਨੂੰ ਦਿਖਦਾ ਹੈ ਕਿ ਇਹ ਭਾਵਨਾ ਉਹ ਕੈਟਲਿਸਟ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਗਾਵੀਏ ਔਰ ਸੁਣੀਏ, ਨਾਲ ਭਾਵਨਾ ਮਿਲੇਗੀ ਮਨ ਦੇ ਵਿੱਚ। ਤਾਂ ਕੀ ਹੋਏਗਾ? ਦੁੱਖ ਪਰ ਹਰ ਸੁਖ ਕਰ ਲੈ ਜਾਏ। ਇਹ ਜਿਹੜੀ ਹੰਕਾਰ ਦੀ ਗੱਡੀ ਹੈ, ਇਹ ਜਿਹੜੀ ਹੰਕਾਰ ਦੀ ਡਾਇਰੈਕਸ਼ਨ ਹੈ, ਇਹ ਜਿਹੜੀ ਹੰਕਾਰ ਦੀ ਦੌੜ ਹੈ, ਇਹ ਤਾਂ ਸਿੱਧੀ ਇੱਕ ਦੀਵਾਰ ਵਿੱਚ ਜਾਣ ਵਾਲੀ ਹੈ। ਉਹ ਹੈ ਦੁੱਖ ਦੀ ਦੀਵਾਰ, ਔਰ ਉਹਦੇ ਵਿੱਚ ਦੁੱਖ ਔਰ ਮੌਤ, ਇਹ ਦੋ ਚੀਜ਼ਾਂ ਲਿਖੀਆਂ ਨੇ। ਪਰ ਜਦੋਂ ਜੀਵਨ ਸੇਵਾ ਬਣ ਜਾਏਗਾ, ਸਿਮਰਨ ਬਣ ਜਾਏਗਾ, ਗਾਣਾ ਔਰ ਸੁਣਨਾ ਬਣ ਜਾਏਗਾ, ਉਹਦੇ ਫੋਕਸ ਵਿੱਚ ਆ ਜਾਏਗਾ। ਮੇਰੇ ਤੋਂ ਬਾਹਰ ਹੋ ਕੇ, ਮੈਂ ਔਰ ਮੇਰੀ ਤੋਂ ਬਾਹਰ ਹੋ ਕੇ ਤੂੰ ਹੀ ਨਿਰੰਕਾਰ ਜਦ ਗਾਣਾ ਬਣ ਜਾਏਗਾ ਜੀਵਨ ਦਾ, ਤਾਂ ਉਹੀ ਮਨ ਸੁਖ ਦੇ ਵਿੱਚ ਪਰਿਵਰਤਿਤ ਹੋ ਕੇ ਇੱਕ ਥਿਰ ਅਵਸਥਾ ਵਿੱਚ ਪਹੁੰਚ ਜਾਏਗਾ, ਜਿਹੜਾ ਆਪਣਾ ਘਰ ਹੈ, ਜਿੱਥੇ ਵਿਸਰਾਮ ਹੈ, ਜਿੱਥੇ ਦੌੜ ਨਹੀਂ ਹੈ ਦੁਨੀਆ ਦੀ, ਜਿੱਥੇ ਭਟਕਣਾ ਨਹੀਂ ਹੈ। ਹੁਣ ਉਹ ਖੋਜਦਾ ਹੀ ਨਹੀਂ ਜਾ ਰਿਹਾ ਸਦਾ ਹੀ ਕਿ ਕਿੱਥੋਂ ਇਹ ਸੁੱਖ ਮਿਲੇ ਤਾਂ ਸਹੀ। ਹੁਣ ਉਹਦੇ ਮਨ ਵਿੱਚ ਹੀ ਆਨੰਦ ਹੈ। ਮਹਾਰਾਜ ਕਹਿੰਦੇ ਨੇ, ਗੁਰੂ ਦੇ ਨਾਦ ਤੋਂ ਮੈਨੂੰ ਗਿਆਨ ਹੋ ਜਾਏਗਾ। ਗੁਰਮੁਖ ਨਾਦਨ ਗੁਰਮੁਖ ਵੇਦਨ, ਗੁਰੂ ਦੇ ਵੱਲ ਮੁਖ ਕਰਕੇ ਉਹਦੀ ਸ਼ਬਦ ਦੇ ਗਿਆਨ ਤੋਂ, ਨਾਦ ਤੋਂ ਮੈਨੂੰ ਗਿਆਨ ਹੋ ਜਾਏਗਾ। ਗੁਰੂ ਮੈਨੂੰ ਨਾਦ ਬਖਸ਼ੇਗਾ। ਇਹ ਹੁਣ ਅਵਸਥਾ ਗੁਰਪ੍ਰਸਾਦ ਦੀ ਹੈ। ਗੁਰਮੁਖ ਨਾਦਨ ਗੁਰਮੁਖ ਵੇਦਨ, ਗੁਰਮੁਖ ਰਿਹਾ ਸਮਾਈ। ਤਾਂ ਇਹ ਗਿਆਨ ਹੋ ਜਾਏਗਾ ਤੇ ਗੁਰੂ ਦੇ ਵਿੱਚ ਉਹ ਸਮਾਇਆ ਹੋਇਆ ਹੈ, ਔਰ ਮੇਰੀ ਸੁਰਤ ਵੀ ਗੁਰੂ ਦੇ ਵਿੱਚ ਸਮਾ ਜਾਏਗੀ, ਗੁਰੂ ਦੇ ਵਿੱਚ ਲੀਨ ਹੋ ਜਾਏਗੀ। ਗੁਰੂ ਦੇ ਵੱਲ ਮੁਖ ਕਰਨ ਨਾਲ ਮੈਂ ਆਪਣਾ ਹੰਕਾਰ ਛੱਡ ਕੇ ਗੁਰੂ ਦੇ ਦਰਸ਼ਨ ਵਿੱਚ ਥਿਰ ਹੋ ਜਾਵਾਂਗਾ। ਇੱਕ ਹਜ਼ੂਰੀ ਆ ਜਾਏਗੀ ਜੀਵਨ ਵਿੱਚ, ਜਿਹੜਾ ਸਹਾਰਾ ਬਣ ਜਾਏਗੀ। ਇਸ ਸਾਗਰ ਦੇ ਵਿੱਚ ਤਰਦੇ ਹੋਏ ਇਹ ਭਰੋਸਾ ਹੋ ਜਾਏਗਾ ਕਿ ਡੁੱਬਣਗੇ ਨਹੀਂ। ਹਾਂ, ਦੁੱਖ ਸੁੱਖ ਆਣਗੇ, ਪਰੇਸ਼ਾਨੀਆਂ ਹੁਣ ਵੀ ਆਣਗੀਆਂ, ਪਰ ਹੁਣ ਡੁੱਬਣਾ ਨਹੀਂ ਹੋਏਗਾ। ਇੱਕ ਨਾਲ ਖੇੜਾ ਰਹੇਗਾ, ਜਿਹੜਾ ਸਾਥ ਚੱਲੇਗਾ। ਸਾਹਿਬ ਜੋ ਸਾਨੂੰ ਦੱਸਦੇ ਹਨ ਕਿ ਗੁਰਮੁਖ ਜਿਹੜਾ ਹੈ ਉਹ ਨਾਦ ਦੀ ਬਰਖਾ ਮੇਰੇ ਜੀਵਨ ਵਿੱਚ ਲੈ ਆਏਗਾ। ਐਸੇ ਤੋਂ ਮੇਰਾ ਜੀਵਨ ਵਿਕਾਸ ਵਿੱਚ ਆਏਗਾ। ਕੀ ਕਾਰਨ ਹੈ? ਕਿਸ ਤਰ੍ਹਾਂ? ਜਿਨ੍ਹਾਂ ਨੇ, ਸਾਹਿਬ ਨੇ ਜਦੋਂ ਸਾਨੂੰ ਦੱਸ ਰਹੇ ਹਨ ਕਿ ਜੀਵਨ ਦੇ ਵਿੱਚ ਸੇਵਾ ਨੂੰ ਪ੍ਰਗਟ ਕਰ ਲਈਏ, ਸੇਵਾ ਨੂੰ ਲੈ ਆਈਏ, ਤਾਂ ਜੀਵਨ ਬਦਲ ਜਾਏਗਾ। ਇੱਕ ਸ਼ੁਰੂਆਤ ਕਰ ਦਿੱਤੀ, ਇੱਕ ਭਾਵਨਾ ਲੈ ਆਏ ਹਨ ਨਾਲ, ਇੱਕ ਭਾਵਨਾ ਦੇ ਦਰਸ਼ਨ ਕਰਾ ਦਿੱਤੇ ਹਨ। ਆਪਣੇ ਆਪ ਨੂੰ ਸੈਂਟਰ ਨਾ ਜਾਣ ਕੇ ਤੂੰ ਹੀ ਨਿਰੰਕਾਰ ਜੀਵਨ ਦਾ ਰਾਗ ਬਣ ਜਾਏਗਾ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਮਨ ਦੇ ਵਿੱਚ ਪ੍ਰੇਮ ਆ ਜਾਏਗਾ। ਸਭ ਨਾਦ ਵੇਦ ਗੁਰਬਾਣੀ ਨਾਦਨ, ਗੁਰੂ ਦੀ ਬਾਣੀ ਤੋਂ ਸਭ ਨਾਦ ਦੇ ਦਰਸ਼ਨ ਹੋ ਜਾਣਗੇ। ਉਸ ਨਾਦ ਦੇ ਜਿਹਦੇ ਨਾਲ ਗਿਆਨ ਹੋ ਜਾਏਗਾ। ਗਿਆਨ ਹੋ ਜਾਏਗਾ ਮੇਰਾ ਮਨ ਅਸਲ ਵਿੱਚ ਕੀ ਹੈ। ਮੇਰੇ ਮਨ ਦੇ ਵਿੱਚ ਖੇੜਾ ਹੈ ਜਿਹੜਾ ਮੈਂ ਕਦੇ ਨਹੀਂ ਜਾਣਿਆ, ਉਹਨੂੰ ਜਾਣ ਲਵਾਂਗਾ। ਇਹ ਸਮਝ ਜਾਵਾਂਗਾ ਕਿ ਜੀਵਨ ਦੇ ਵਿੱਚ ਆਸਾ ਕਿਸ ਗੱਲ ਦੀ ਹੈ ਔਰ ਨਿਰਾਸ਼ਾ ਕਿੱਥੇ ਹੈ। ਹੁਣ ਜਿਵੇਂ ਕਿਸੇ ਓਸ਼ਨ ਵਿੱਚ ਮੈਂ ਗਿਰ ਗਿਆ, ਪਰ ਲਾਈਫ ਬੈਲਟ ਨਾਲ ਪਾਈ ਹੋਈ ਹੈ, ਗੁਰੂ ਦੀ ਬਾਣੀ ਮੇਰੇ ਨਾਲ ਚੱਲੇਗੀ।
ਹੁਣ ਗੁਰੂ ਦਾ ਪ੍ਰੇਮ ਨਾਲ ਚੱਲੇਗਾ। ਦਰਅਸਲ ਅਗਰ ਜੀਵਨ ਵਿੱਚ ਨਿਰੰਕਾਰ ਦਾ ਪ੍ਰੇਮ ਉਤਰ ਜਾਏ ਤਾਂ ਸਾਰਾ ਚੇਂਜ ਉੱਥੋਂ ਆਪ ਆ ਸਕਦਾ ਹੈ, ਜਿਵੇਂ ਸਾਹਿਬ ਸਾਨੂੰ ਇੱਥੇ ਦੱਸ ਰਹੇ ਹਨ। ਕੁਝ ਪੌੜੀਆਂ ਪਹਿਲੇ ਮਹਾਰਾਜ ਨੇ ਭਾਖਿਆ ਪਾਓ ਭਾਰ ਦੀ ਗੱਲ ਵੀ ਕੀਤੀ ਹੈ। ਇਹ ਮਿਲਣ ਵਾਸਤੇ ਭਾਵਨਾ ਦੀ ਲੋੜ ਹੈ, ਔਰ ਉਹ ਭਾਵਨਾ ਮੇਰੇ ਕੋਲ ਹੈ, ਪਰ ਉਹ डायरेक्शन कुछ और है, सोच ਵੱਲ ਜ਼ਿਆਦਾ ਹੈ। ਉੱਥੇ ਮੈਂ ਸੋਚ ਵਿੱਚ ਭਟਕਿਆ ਹੋਇਆ, ਵਿਚਾਰਾਂ ਵਿੱਚ ਹੀ ਘੁੰਮਦਾ ਰਹਿੰਦਾ ਵਾਂ, ਦੁੱਖ ਦੇ ਮੰਥਨ ਨੂੰ ਕਰਦਾ ਰਹਿੰਦਾ, ਉਹਦੇ ਕਾਰਨ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਹੋਰ ਦੁਖੀ ਹੋ ਜਾਂਦਾ। ਇਹਦਾ ਸੋਲੂਸ਼ਨ ਕੀ ਹੈ? ਇਸ ਦੁੱਖ ਤੋਂ ਜੀਵਨ ਦੇ ਦੁੱਖ ਨੂੰ ਪਲਟਣ ਵਿੱਚ ਸੋਲੂਸ਼ਨ ਦੱਸਦੇ ਹਨ ਸਾਹਿਬ। ਇਹ ਜਿਹੜੀ ਦੁੱਖ ਦੀਆਂ ਪੰਡਾਂ ਖੁੱਲੀਆਂ ਨੇ, ਇਹਨੂੰ ਸੁੱਖ ਵਿੱਚ ਕਿਵੇਂ ਪਲਟਣਾ ਹੈ? ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਇਹ ਗੱਲ ਸਾਨੂੰ ਜਾਣਨੀ ਜ਼ਰੂਰੀ ਹੈ ਕਿ ਸਾਹਿਬ ਸਾਨੂੰ ਕਿਤਨੇ ਨਵੇਂ ਥਾਟ ਪ੍ਰੋਸੈਸਿਸ, ਕਨਸੈਪਟਸ ਨੂੰ ਜੀਵਨ ਵਿੱਚ ਉਤਾਰ ਰਹੇ ਹਨ। ਸੇਵਾ ਨੂੰ ਉਤਾਰਿਆ ਹੈ, ਗਾਣਾ ਸੁਣਨਾ, ਧਿਆਨ ਇਹ ਉਤਾਰਿਆ ਹੈ, ਭਾਵਨਾ ਉਤਾਰਿਆ ਹੈ। ਫੋਕਸ ਸੈਂਟਰ ਜੀਵਨ ਦਾ ਤੂੰ ਹੀ ਨਿਰੰਕਾਰ ਹੋਣਾ ਚਾਹੀਦਾ ਹੈ। ਆਪਣੇ ਘਰ ਜਾਣ ਦੀ ਵਿਧੀ ਦੱਸੀ ਹੈ, ਜਿੱਥੇ ਪੀਸ ਆਫ ਮਾइंड ਹੈ, ਸਟੇਬਿਲਿਟੀ ਹੈ, ਸੰਤੋਖ ਹੈ, ਤ੍ਰਿਪਤ ਹੈ, ਜਿੱਥੇ ਵਿਸਰਾਮ ਹੈ, ਜਿੱਥੇ ਗੁਰੂ ਨੂੰ ਮਿਲ ਕੇ ਸੁਰਤ ਸਮਾ ਜਾਂਦੀ ਹੈ, ਭਟਕਣ ਤੋਂ ਹਟ ਜਾਂਦੀ ਹੈ। ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਇਹ ਜਿਹੜੀ ਗੁਰੂ ਦੀ ਅਵਸਥਾ ਹੈ, ਇਹਦੇ ਚ ਮੈਂ ਸਾਰਾ ਹੋਰ, ਮੈਨੂੰ ਈਸ਼ਰ ਔਰ ਗੋਰਖ ਔਰ ਪਾਰਵਤੀ ਮਾਈ, ਇਹਨਾਂ ਨੂੰ ਇਹੀ ਸਭ, ਇਹਦੇ ਸਾਰੇ ਗੁਣ ਇਹਦੇ ਵਿੱਚ ਹੀ ਆ ਜਾਂਦੇ ਨੇ। ਮੈਨੂੰ ਗੁਰੂ ਤੋਂ ਅੱਗੇ ਜਾਣ ਦੀ ਲੋੜ ਨਹੀਂ ਹੈ ਹੁਣ ਕੋਈ। ਬਰਮਾ ਵੀ ਉਹੀ ਹੈ, ਮਹੇਸ਼ ਵੀ ਉਹੀ ਹੈ। ਇਹ ਡਿਵਿਸਿਵ ਐਨਰਜੀਜ਼ ਨਹੀਂ ਹੋ ਕੇ ਇੱਕ ਗੁਰੂ ਦੇ ਲੜ ਦੇ ਵਿੱਚ ਮੈਂ ਸਭ ਕੁਝ ਪਾ ਲਿਆ ਹੈ। ਇਹ ਕੋਈ ਜਗ੍ਹਾ ਜਗ੍ਹਾ ਜਾ ਕੇ ਮੈਨੂੰ ਅਲੱਗ-ਅਲੱਗ ਰੂਪਾਂ ਵਿੱਚ ਰੱਬ ਨੂੰ ਦੇਖਣ ਦੀ ਕੋਈ ਲੋੜ ਨਹੀਂ ਹੈ। ਮੈਨੂੰ ਰੱਬ ਇੱਕ ਰੂਪ ਵਿੱਚ ਮਿਲ ਜਾਂਦਾ ਹੈ, ਇੱਕ ਓਮਕਾਰ ਵਿੱਚ ਮਿਲ ਜਾਂਦਾ ਹੈ। ਮਹਾਰਾਜ ਕਹ ਰਹੇ ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ। ਫਿਰ ਉਹੀ ਗੱਲ ਕਰਦੇ ਹਾਂ, ਹੁਕਮ ਨਾ ਕਿਹਾ ਜਾਏ। ਇਉਂ ਲੱਗਦਾ ਜਿਵੇਂ ਸਾਹਿਬ ਵਿਕਾਸ ਵਿੱਚ ਨੇ, ਉਹਦੀ ਬੇਅੰਤਤਾ ਵਿੱਚ, ਆਨੰਦ ਦੇ ਵਿੱਚ ਸਾਨੂੰ ਦੱਸ ਰਹੇ ਹਨ ਕਿ ਮੈਂ ਜਾਣਦਾ ਵੀ ਹੋਵਾਂ ਤਾਂ ਵੀ ਨਹੀਂ ਦੱਸ ਸਕਦਾ। ਉਹ ਜਾਣਦੇ ਹਨ ਪਰ ਦੱਸ ਨਹੀਂ ਪਾਉਂਦੇ, ਕਿਉਂਕਿ ਦੱਸਣ ਵਿੱਚ ਹੈ ਹੀ ਨਹੀਂ ਹੈ ਵਸਤੂ। ਤਾਂ ਕਹਿੰਦੇ ਨੇ ਆਖਾ ਨਹੀਂ, ਮੈਂ ਆਖ ਨਹੀਂ ਸਕਦਾ ਇਹਨੂੰ, ਕਿਉਂਕਿ ਕਥਨ ਤੋਂ ਪਰੇ ਦੀ ਕਹਾਣੀ ਹੈ। ਕਹਿਣਾ ਕਥਨ ਨਾ ਜਾਏ, ਉਹਦੇ ਕਥਨ ਵਿੱਚ ਨਹੀਂ ਹੈ ਉਹਦੀ ਸਟੋਰੀ। ਇਹ ਤਾਂ ਐਕਸਪੀਰੀਅੰਸ ਕਰਨੀ ਪਏਗੀ, ਇਹਨੂੰ ਤਾਂ ਆਪ ਜਾਣਨਾ ਪਏਗਾ। ਕਿਸੇ ਦੇ ਸੁਣੀਏ ਨਹੀਂ ਜਾਣਿਆ ਜਾ ਸਕਦਾ, ਉਹ ਇਮੈਜਿਨੇਸ਼ਨ ਵਿੱਚ ਰਹੇਗਾ ਫਿਰ। ਪਰ ਜਦੋਂ ਮਨ ਸੁਰਤ ਨਾਮ ਵਿੱਚ ਉਤਰੇਗੀ, ਨਾਮ ਦੇ ਪ੍ਰੇਮ ਵਿੱਚ ਉਤਰੇਗੀ, ਸੇਵਾ ਵਿੱਚ ਉਤਰੇਗੀ, ਸ਼ਬਦ ਵਿੱਚ ਉਤਰੇਗੀ, ਆਨੰਦ ਵਿੱਚ ਉਤਰੇਗੀ, ਤਾਂ ਜਾਣੇਗਾ। ਤਾਂ ਮੈਂ ਵੀ ਜਾਣ ਸਕਦਾ ਹਾਂ, ਤੁਸੀਂ ਵੀ ਜਾਣ ਸਕਦੇ ਹੋ। ਫਿਰ ਸਾਹਿਬ ਇੱਕ ਹੋਰ ਕਹਾਣੀ ਸਾਨੂੰ ਸਮਝਾਉਂਦੇ ਹਨ, ਇੱਕ ਹੋਰ ਜਗ੍ਹਾ ਲੈ ਜਾਂਦੇ ਹਨ। ਜਿਵੇਂ ਕੋਈ ਵਿਸਵਾਦ ਵਿੱਚ ਕਹਿ ਰਿਹਾ ਹੋਏ, ਗੁਰਾ ਇੱਕ ਦੇ ਬੁਝਾਈ। ਬੁੱਝਣਾ ਗਹਿਨ ਰੂਪ ਵਿੱਚ ਜਾਣ ਲੈਣਾ, ਸਿਰਫ ਵਿਚਾਰ ਦੇ ਵਿੱਚ ਨਹੀਂ, ਸਬਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਵਿੱਚ ਇੱਕ ਚੀਜ਼ ਚਲੀ ਜਾਏ, ਬੁੱਝ ਲਈ। ਹੁਣ ਮਹਾਰਾਜ ਕਹਿੰਦੇ ਨੇ ਅਰਦਾਸ ਦੇ ਵਿੱਚ ਸਾਨੂੰ ਅਰਦਾਸ ਦੇ ਦਰਸ਼ਨ ਕਰਾਉਂਦੇ ਨੇ। ਇੱਕ ਅਰਦਾਸ ਕਰ ਰਹੇ ਹਨ, ਗੁਰਾ ਇੱਕ ਦੇ ਬੁਝਾਈ, ਇੱਕ ਚੀਜ਼
ਇੱਕ ਬੁਝਾ, ਇੱਕ ਓਂਕਾਰ ਬੁਝਾ ਦੇ ਭਾਈ। ਗੁਰੂ ਨੂੰ ਆਪਣੇ ਪ੍ਰੇਮ ਨਾਲ ਬੁਲਾ ਰਹੇ ਹਨ। ਇੱਕ ਦੇਹ ਬੁਝਾਈ, ਇੱਕ ਨੂੰ ਜਾਣ ਲਵਾਂ ਮੈਂ, ਇੱਕ ਦੇ ਦਰਸ਼ਨ ਆ ਜਾਣ ਜੀਵਨ ਵਿੱਚ, ਇੱਕ ਨਾਲ ਪ੍ਰੇਮ ਆ ਜਾਏ, ਇੱਕ ਦੇ ਧਿਆਨ ਦੇ ਵਿੱਚ ਆਨੰਦ ਆ ਜਾਏ, ਇੱਕ ਦੇ ਰਸ ਦੇ ਵਿੱਚ ਮੈਂ ਚਿਰ ਹੋ ਜਾਵਾਂ, ਇੱਕ ਦੇ ਰਸ ਦੇ ਵਿੱਚ ਮੈਂ ਲੀਨ ਹੋ ਜਾਵਾਂ। ਗੁਰਾ ਇੱਕ ਦੇਹ ਬੁਝਾਈ। ਸਾਹਿਬ ਕਹਿ ਰਹੇ ਜੀਵਨ ਦੀ ਅਰਦਾਸ ਇਹ ਹੋ ਜਾਏ ਮੇਰੀ। कितना कुछ साहब ने दस देता है। सेवा दसी है, गाना और सुनना दसिया है, अपने तो बाहर होके निरंकार वल, तू ही निरंकार वल मुंह करना दसिया है। मुख होना, गुरमुख होना है। भावना एक फाउंडेशन है जीवन का। मन दे विच सब कुछ वरतेगा, यह दस दिता है नाल। दुख जिहड़ा है वो मेरा अज दा एक्सपीरियंस दुखी ही है, इस दुख तो ही सुख बनेगा। अगर मैं अज दे एक्सपीरियंस विच दुखी नहीं होवांगा तो कल सुख नहीं पा सकांगा। कहदा की मतलब है, दुखी तो दुनिया है पर दुख विच कन्वर्जन मैं नहीं कर पांदा हां। मतलब कि उस दुख की शक्ति नूं मैं सुख विच कन्वर्ट नहीं कर पांदा हां। मैं उस दुख नूं अवॉइड ही करता रहना, उस दुख के डर विच जीवन कढ़दा हां। उस दुख नूं अपना के उसकी शक्ति नाल सुख विच परिवर्तन करना, उसनूं यह गुरमुख की विधि है। सुख दुख को तुम सम कर जानो और मान अपमाना। जदों मैं दुख नूं जान लवांगा, जीवन दे दुख नूं आलिंगन कर लवांगा, दुख नूं गलवकड़ी पा लवांगा, दुख नूं उसे तरह मिलांगा जिस तरह सुख नूं मिलदा हां, तां उस दुख दे विच हुण सुख बनन दी, आनंद बनन दी पॉसिबिलिटीज आ जांदियां। क्योंकि हुण वो चोट करेगा दुख मेरे मन नूं, और वो चोट मैनू ड्राइव करेगी, भावना बनाएगी, मेरे मन की भावना बन जाएगी हुण निरंकार नूं, सत नूं पाण दी। क्योंकि भटकन भी चाहिए खत्म करनी है, मैं विश्राम भी मैनू नहीं मिल रहा है। होपलेसनेस और एंजाइटी जीवन का आधार बन गया है, खेड़ा नहीं रह गया। तो महाराज सानू कह रहे कर जाना है, सुख नूं लैके जाना है। स्टेबिलिटी नहीं है जीवन विच, घर विच स्टेबिलिटी है। फिर साहिब सानू दसदे ने कि गुरु नूं पाकर है, गुरु तो ही मैं सब कुछ मिलिया है। मैनू नाद मिले हैं, सारे खेड़े मिल गए हैं, सारा ज्ञान मिल गया है, और उस दे विच सारी सृष्टि दे दी ज्ञान की प्राप्ति मैनू हो गई है। नाल फिर सानू महाराज समझा रहे हैं कि अरदास जीवन का आधार है। यह भी दसदे हैं कि यह अवस्था जिहड़ी है वो कहण सुनन दी नहीं है, इनू कमाना पेगा। और मेरे जीवन का दी अरदास की होनी चाहिए है, गुरा एक देह बुझाई, सबना जिया का एक दाता, सो मैं विसर न जाई। एक ओंकार। कुछ दिन पहले बीबा ने एक प्रश्न पूछा सी कि मैनू कोई दुख दिंदा है तो उहदा मैं की करा। साहिब सानू समझा रहे हैं कि दूजा कोई है ही नहीं। सबना जिया का एक दाता, सो मैं विसर न जाई। एक ही सब कुछ दाता है, सारा करता एक ही है। सारी निरंकार, सारी सृष्टि का जी फाउंडेशन है वो निरंकार है। सो मैं विसर न जाई। हुण महाराज एक होर गल नाल नाल करदे हन कि यह जिहड़ा अध्यात्म का मार्ग है, इहदे विच असीं कंसिस्टेंसी वरतनी है, असीं उहनूं विसरना नहीं है। इस अरदास नूं जीवन का मुख अंग बनाना है कि गुरा एक देह बुझाई, गुरा एक देह बुझाई, सबना जिया का एक दाता, सो मैं विसर न जाई। मैं विसरा नहीं उसनूं। यह मेरी अरदास
ਨਿਰੰਤਰ ਰਹੇ ਔਰ ਉਹਨੂੰ ਵਿਸਾਰਾਂ ਨਾ। ਇਸ ਨੂੰ ਮੈਂ ਆਪਣੇ ਮਨ ਨੂੰ ਦ੍ਰਿੜਾਉਂਦਾ ਰਵਾਂ। ਇਹ ਕੰਸਿਸਟੈਂਸੀ ਚਾਹੀਦੀ ਹੈ। ਸੋ ਮੈਂ ਵਿਸਰ ਨਾ ਜਾਈ। ਉਸ ਨੂੰ ਮੈਂ ਭੁੱਲਾ ਨਹੀਂ ਕਿ ਇਹ ਆਧਾਰ ਮੇਰੇ ਜੀਵਨ ਦਾ ਉਹੀ ਹੈ, ਮੈਂ ਨਹੀਂ ਹਾਂ। ਇਹ ਕਿਵੇਂ ਹੋਏਗਾ? ਇਹ ਜਦੋਂ ਜੀਵਨ ਸੇਵਾ ਸਿਮਰਨ ਬਣ ਜਾਏਗਾ, ਜਦੋਂ ਨਾਮ ਵਿੱਚ ਮੈਂ ਗਾਵਾਂਗਾ, ਸੁਣਾਂਗਾ, ਜਦੋਂ ਭਾਵਨਾ ਨਾਲ ਜੀਵਨ ਜੀਵਾਂਗਾ, ਤਾਂ ਇਹ ਪੋਸਿਬਿਲਿਟੀ ਫਿਰ ਆ ਜਾਂਦੀ ਹੈ ਕਿ ਮੈਂ ਦੁਨੀਆ ਦੇ ਹਰ ਇਵੈਂਟ ਨੂੰ ਨਾਮ ਵਿੱਚ ਤਬਦੀਲ ਕਰ ਦਿਆਂ। ਸੁੱਖ ਨੂੰ ਵੀ, ਦੁੱਖ ਨੂੰ ਵੀ, ਮਾਨ ਨੂੰ ਵੀ, ਮਾਨ ਨੂੰ ਵੀ। ਮੇਰੀ ਜੀਵਨ ਦੀ ਸਾਰੀ ਭਾਵਨਾ, ਸਾਰੀ ਡਰਾਈਵ ਇੱਕੋ ਡਾਇਰੈਕਸ਼ਨ ਵੱਲ ਹੋਏਗੀ। ਇਹ ਮੈਂ ਅਗਰ ਸਿੱਖ ਲਵਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿੰਨੇ ਉੱਤਮ ਦਰਸ਼ਨ ਕਰਾਏ ਹਨ। ਉਸ ਦੀ ਥਾਪਨਾ ਦੀ ਗੱਲ ਕੀਤੀ ਹੈ ਮਹਾਰਾਜ ਨੇ, ਔਰ ਜੀਵਨ ਨੂੰ ਪਲਟਣ ਦੀ ਵਿਧੀ ਸਮਝਾ ਦਿੱਤੀ ਹੈ। ਮੈਂ ਕਿਵੇਂ ਜੀਵਨ ਦੀ ਉਲਝਣਾਂ ਤੋਂ ਪਾਰ ਜਾ ਸਕਦਾ ਹਾਂ, ਦੁੱਖਾਂ ਨੂੰ ਛੱਡ ਕੇ ਸੁੱਖ ਕਮਾ ਸਕਦਾ ਹਾਂ, ਸਦਾ ਸਥਿਰ ਰਹਿ ਸਕਦਾ ਹਾਂ। ਕਿਵੇਂ ਕਰਨਾ ਹੈ? ਇਹ ਸਾਹਿਬ ਸਾਨੂੰ ਉਹਨਾਂ ਦੀ ਯੁਕਤੀਆਂ ਸਮਝਾ ਰਹੇ ਹਨ ਕਿ ਜੀਵਨ ਦਰਅਸਲ ਹੈ ਕੀ, ਪਰ ਤੋਂ ਰਸਤਾ ਕੀ ਹੈ। ਵਾਟ ਇਜ਼ ਦ ਵੇ ਆਊਟ। ਨਾਲ ਇਹ ਕਹਿ ਰਹੇ ਨੇ ਕਿ ਮੈਂ ਕੀ ਕਰਨਾ ਹੈ। ਅਰਦਾਸ ਕਰਨੀ ਹੈ, ਗਾਣਾ ਔਰ ਸੁਣਨਾ ਹੈ, ਦੁੱਖ ਨੂੰ ਛੱਡ ਕੇ ਸੁੱਖ ਨੂੰ ਅਪਣਾ ਲੈਣਾ ਹੈ। ਮਨ ਦੇ ਵਿੱਚ ਭਾਵ ਹੋਣਾ ਜ਼ਰੂਰੀ ਹੈ। ਇੱਕ ਦੇ ਵਿੱਚ ਦਰਸ਼ਨ ਕਰਨੇ ਹਨ ਸਭ ਦੇ। ਗੁਰਾ ਇੱਕ ਦੇ ਬੁਝਾਈ, ਅਰਦਾਸ ਨਾਲ ਰੱਖਣੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਂ ਵਿਸਰਾਂ ਨਾ ਉਸ ਨੂੰ ਮਹਾਰਾਜ। ਆਪ ਅੱਜ ਦੀ ਜਿਹੜੀ ਪੌੜੀ ਹੈ, ਇਹਦੀ ਜੋ ਮੇਰੇ ਭਾਵ ਉੱਠੇ, ਜੋ ਮੇਰੀ ਸੋਚ ਉੱਠੀ ਇਹਦੇ ਬਾਰੇ, ਆਪ ਅੱਗੇ ਬੇਨਤੀ ਰੂਪ ਰੱਖੀ ਹੈ ਮਹਾਰਾਜ। ਭੁੱਲਾਂ ਚਿਮਾਂ ਦੀ ਮਾਫੀ ਦੇਣਾ, ਭੁੱਲਾਂ ਗਲਤੀਆਂ ਦੀ ਮਾਫੀ ਦੇਣਾ,